ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਮਾਝ ਕੀ ਵਾਰ ਦੀ ਵਿਚਾਰ ਆਰੰਭ ਕੀਤੀ ਹੈ ਔਰ ਗੁਰਬਾਣੀ ਦੀ ਵਿਚਾਰ ਕਰਕੇ ਸਾਰੇ ਹੀ ਵੀਰਾਂ ਭੈਣਾਂ ਜੀਵਨ ਜਾਚ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ 23 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 24 ਨੰਬਰ ਪੌੜੀ ਦੀ ਵਿਚਾਰ ਸਾਂਝੀ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 149 ਤੇ ਅੰਕਿਤ ਹੈ। ਸ਼ਲੋਕ ਮਹਿਲਾ ਪਹਿਲਾ। ਖਤਿਓਂ ਜੰਮੇ ਖਤੇ ਕਰਨ ਤਾਂ ਖਤਿਆਂ ਵਿੱਚ ਪਾਹੇ, ਧੋਤੇ ਮੂਲ ਨਾ ਉਤਰਹਿ ਜੇ ਸੋ ਧੋਵਣ ਪਾਹੇ, ਨਾਨਕ ਬਖਸ਼ੇ ਬਖਸ਼ੀਆਂ ਹੈ ਨਾਹੇ ਤਾਂ ਪਾਹੀ ਪਾਹੇ। ਇਸ ਪਾਠ ਦਾ ਜਿਹੜਾ ਪੰਕਤੀ ਦਾ ਪਾਠ ਹੈ, ਬਹੁਤ ਸਾਰੇ ਪਾਠੀ ਵੀਰ ਇਸ ਤਰ੍ਹਾਂ ਕਰਦੇ ਨੇ, ਖਤਿਓਂ ਜੰਮੇ ਖਤੇ ਕਰ ਨਿਤ ਖਤਿਆਂ ਵਿੱਚ ਪਾਹੇ। ਇਹ ਜੋ ਪਾਠ ਹੈ ਇਹ ਠੀਕ ਨਹੀਂ ਹੈ। ਪਾਠ ਇਹਦਾ ਇਹੀ ਠੀਕ ਹੈ, ਖਤਿਓਂ ਜੰਮੇ ਖਤੇ ਕਰਨ ਤਾਂ ਖਤਿਆਂ ਵਿੱਚ ਪਾਹੇ। ਔਰ ਇਹਨੂੰ ਖੱਤੇ ਨਹੀਂ ਪੜਨਾ, ਜਿਵੇਂ ਅਸੀਂ ਬਹੁਤ ਸਾਰੇ ਵੀਰ ਪੜ੍ਹਨੇ ਅਸੀਂ ਖੱਤੇ ਬਹੁਤ ਕਮਾਉਂਦੇ। ਇੱਥੇ ਖਤਾ ਸ਼ਬਦ ਜਿਹੜਾ ਖਤਾ ਤੋਂ ਬਣਿਆ। ਖਤਾ ਦਾ ਮਤਲਬ ਭੁੱਲ। ਖਤਿਓਂ ਜੰਮੇ ਭੁੱਲਾਂ ਕਰਕੇ, ਜਨਮ ਤੋਂ ਲੈ ਕੇ ਹੀ ਬੰਦਾ ਭੁੱਲਾਂ ਕਰਦਾ ਹੈ। ਖਤੇ ਕਰਨ ਔਰ ਹੁਣ ਵੀ ਭੁੱਲਾਂ ਕਰ ਰਹੇ ਨੇ, ਤਾਂ ਖਤਿਆਂ ਵਿੱਚ ਪਾਹੇ ਅਤੇ ਅੱਗੋਂ ਵੀ ਭੁੱਲਾਂ ਵਿੱਚ ਹੀ ਪਏ ਹੋਏ ਨੇ। ਯਾਨੀ ਜੀਵ ਜਿਹੜਾ ਹੈ, ਮਨੁੱਖ ਹੈ, ਪਾਪ ਕਰਦਾ ਰਿਹਾ ਪਿਛਲੇ ਸਮੇਂ ਵਿੱਚ ਵੀ, ਹੁਣ ਵੀ ਔਰ ਆਉਣ ਵਾਲੇ ਸਮੇਂ ਵਿੱਚ ਵੀ। ਕਿਉਂਕਿ ਆਦਤਾਂ, ਜਿਵੇਂ ਆਪਾਂ ਪਹਿਲਾਂ ਬਹੁਤ ਵਾਰੀ ਵਿਚਾਰ ਕਰ ਚੁੱਕੇ ਹਾਂ, ਜਿਵੇਂ ਜਿਵੇਂ ਬੰਦਾ ਵੱਡਾ ਹੁੰਦਾ ਹੈ, ਜਿਵੇਂ ਜਿਵੇਂ ਉਹਦੇ ਅੰਦਰ ਸੰਸਕਾਰ ਪੈਦਾ ਹੁੰਦੇ ਹਨ, ਉਹਨਾਂ ਸੰਸਕਾਰਾਂ ਕਰਕੇ ਆਦਤਾਂ ਔਰ ਸੁਭਾਅ ਡਿਵੈਲਪ ਹੁੰਦਾ ਜਾਂਦਾ, ਬਣ ਜਾਂਦਾ ਹੈ। ਤੇ ਉਸ ਸੁਭਾਅ ਮੁਤਾਬਕ, ਉਹਨਾਂ ਆਦਤਾਂ ਮੁਤਾਬਕ ਜੋ ਕੁਛ ਉਹ ਵਿਚਾਰ ਆਪਣੇ ਅੰਦਰ ਭਰ ਲੈਂਦਾ ਹੈ, ਉਹਨਾਂ ਵਿਚਾਰਾਂ ਮੁਤਾਬਕ ਹੀ ਬੰਦਾ ਅੱਗੇ ਜ਼ਿੰਦਗੀ ਜੀਵੀ ਜਾਂਦਾ ਹੈ। ਤੇ ਜਿਨ੍ਹਾਂ ਦੀ ਜ਼ਿੰਦਗੀ ਸ਼ੁਰੂ ਤੋਂ ਲੈ ਕੇ ਹੀ ਭੁੱਲਾਂ ਦੇ ਵਿੱਚ ਹੈ, ਹੁਣ ਵੀ ਭੁੱਲਾਂ ਕਰ ਰਹੇ ਨੇ ਔਰ ਅੱਗੇ ਵੀ ਭੁੱਲਾਂ ਹੀ ਕਰਦੇ ਚਲੇ ਜਾ ਰਹੇ ਨੇ। ਫਿਰ ਐਸੇ ਪਾਪ ਕਰਮ ਕਰਕੇ ਲੋਕ ਕਰਦੇ ਕੀ ਨੇ? ਅਹਿਸਾਸ ਤਾਂ ਅੰਦਰ ਹੁੰਦਾ ਹੈ ਕਿ ਅਸੀਂ ਗਲਤ ਕਰ ਰਹੇ ਹਾਂ, ਤੇ ਫਿਰ ਬੰਦਾ ਉਹਨਾਂ ਪਾਪਾਂ ਨੂੰ ਧੋਣ ਦਾ ਯਤਨ ਕਰਦਾ ਹੈ ਕਿ ਕਿਸੇ ਤਰ੍ਹਾਂ ਇਹਨਾਂ ਪਾਪਾਂ ਦੀ ਮੈਲ ਨੂੰ ਲਾਵਾਂ ਕਿ ਅੱਗੇ ਜਾ ਕੇ ਮੈਨੂੰ ਇਹਨਾਂ ਪਾਪਾਂ ਦੀ ਸਜ਼ਾ ਨਾ ਮਿਲੇ। ਆਮ ਕਰਕੇ ਗੱਲਾਂ ਫੈਲਾਈਆਂ ਗਈਆਂ ਨੇ ਕਿ ਜਿਹੜੇ ਇਸ ਦੁਨੀਆ ਵਿੱਚ ਪਾਪ ਕਰੋਗੇ ਤੇ ਅੱਗੇ ਜਾ ਕੇ ਫਿਰ ਤੁਹਾਨੂੰ ਭੁਗਤਣੇ ਪੈਣਗੇ ਨਰਕਾਂ ਜਾਂ ਸਵਰਗਾਂ ਦੇ ਰੂਪ ਦੇ ਅੰਦਰ। ਤੇ ਬੰਦਾ ਯਤਨ ਕਰਦਾ ਹੈ ਕਿ ਮੈਂ ਇਹਨਾਂ ਪਾਪਾਂ ਨੂੰ ਕਿਸੇ ਤਰ੍ਹਾਂ ਖਤਮ ਕਰਾਂ। ਅਗਲੀ ਪੰਕਤੀ ਵਿੱਚ ਹੁਣ ਦੱਸਦੇ ਨੇ, ਧੋਤੇ ਮੂਲ ਨਾ ਉਤਰਹਿ। ਇੱਥੇ ਬਿੰਦੀ ਲਗਾ ਕੇ ਪਾਠ ਕਰਾਂਗੇ, ਉਤਰਹਿ। ਜੇ ਸੋ ਧੋਵਣ ਪਾਹੇ, ਪਾਹੇ ਨਹੀਂ ਪਾਹੇ। ਮੂਲ ਦਾ ਮਤਲਬ ਉੱਕਾ ਹੀ, ਮੂਲੋਂ ਬਿਲਕੁਲ। ਇਹ ਜਿਹੜੇ ਪਾਪ ਕਰਮ ਨੇ, ਜੋ ਸੁਭਾਅ ਬਣਾ ਲਿਆ ਇਸਾਂ ਪਾਪਾਂ ਵਾਲਾ, ਗੁਰੂ ਜੀ ਕਹਿੰਦੇ ਨੇ ਧੋਤਿਆਂ ਨਹੀਂ ਉਤਰਦੇ। ਜੇ ਸੋ ਧੋਵਣ ਪਾਹੇ, ਚਾਹੇ ਕੋਈ ਸੈਂਕੜੇ ਵਾਰੀ ਇਹਨਾਂ ਨੂੰ ਧੋਣ ਦਾ ਯਤਨ ਕਰੇ, ਇਹ ਧੋਣ ਦੇ ਨਾਲ ਨਹੀਂ ਉਤਰਦੇ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਪਾਪਾਂ ਨੂੰ ਧੋਣ ਦਾ ਯਤਨ ਬੰਦਾ ਕਿਵੇਂ ਕਰ ਰਿਹਾ ਹੈ। ਕਿ ਮੈਂ ਥੋੜਾ ਬਹੁਤਾ ਪੁੰਨ ਕਰ ਦਿਆਂ, ਜਾਂ ਥੋੜੇ ਪਾਠ ਪੂਜਾ ਕਰਾ ਲਵਾਂ, ਮੰਤਰ ਜੰਤਰ ਪੜਾ ਲਵਾਂ, ਜਾਂ ਤੀਰਥਾਂ ਤੇ ਜਾ ਕੇ ਨਹਾਵਾਂ, ਤੇ ਤੀਰਥਾਂ ਤੇ ਨਹਾਉਣ ਦੇ ਨਾਲ ਮੇਰੇ ਪਾਪ ਉਤਰ ਜਾਣ। ਇਹ ਤਾਂ ਖਾਸ ਕਰਕੇ ਮੰਨਿਆ ਗਿਆ ਨਾ ਕਿ ਤੀਰਥਾਂ ਤੇ ਨਹਾਤਿਆਂ ਪਾਪ ਉਤਰਦੇ ਨੇ, ਔਰ ਲੋਕ ਨਹਾ ਵੀ ਰਹੇ ਨੇ। ਤੇ ਗੁਰੂ ਜੀ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਹੈ। ਇੱਥੇ ਸਾਫ਼ ਲਫ਼ਜ਼ਾਂ ਵਿੱਚ ਕਹਿ ਰਹੇ ਨੇ, ਧੋਤੇ ਮੂਲ ਨਾ ਉਤਰੈ ਜੇ ਸੋ ਧੋਵਣ ਪਾਹੇ। ਅਸੀਂ ਇਹ ਸ਼ਬਦ ਹਰ ਪ੍ਰਚਾਰਕ ਵੀਰ ਤੋਂ ਸੁਣਦੇ ਹਾਂ, ਆਪ ਵੀ ਪੜ੍ਹਦੇ ਹਾਂ। ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪਾ ਲੱਥੀ ਨਾਤਿਆਂ, ਦੋਇ ਪਾ ਚੜੀਐ ਸਹੋਰ, ਬਾਹਰ ਧੋਤੀ ਤੂੰਬੜੀ, ਅੰਦਰ ਵਿਸ਼ ਨਿਕੋਰ, ਸਾਧ ਭਲੇ ਅਨਾਤਿਆਂ, ਚੋਰ ਸੇ ਚੋਰਾ ਚੋਰ। ਜਿਵੇਂ ਕੌੜੇ ਕੱਦੂ ਨੂੰ ਸੈਂਕੜੇ ਤੀਰਥਾਂ ਦੇ ਵਿੱਚ ਵੀ ਡੁਬਕੀਆਂ ਲਵਾ ਲਓ ਤਾਂ ਉਹਦੀ ਅੰਦਰ ਦੀ ਕੁੜੱਤਣ ਨਹੀਂ ਜਾਂਦੀ।
ਨਿੰਮ ਦੇ ਪੇੜ ਵਿੱਚ ਤੁਸੀਂ ਮਿਸ਼ਰੀ ਘੋਲ ਕੇ ਪਾਈ ਜਾਓ ਤੇ ਉਹ ਮਿੱਠਾ ਕਦੇ ਨਹੀਂ ਹੁੰਦਾ। ਸੱਪ ਨੂੰ ਦੁੱਧ ਪਿਆਈ ਜਾਓ ਤੇ ਉਹਦਾ ਜ਼ਹਿਰ ਖਤਮ ਨਹੀਂ ਹੁੰਦਾ, ਕਿਉਂਕਿ ਕੁੜੱਤਣ ਅੰਦਰ ਹੈ, ਤੂੰਬੜੀ ਨੂੰ ਬਾਹਰੋਂ ਧੋਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪਾਪਾਂ ਵਾਲੀ ਜਿਹੜੀ ਸੋਚ ਹੈ ਉਹ ਸਾਡੀ ਅੰਦਰ ਬਣੀ ਹੈ। ਪਾਪ ਔਰ ਵਿਕਾਰ ਸਾਡੇ ਮਨ ਵਿੱਚ ਨੇ, ਮਤ ਵਿੱਚ ਨੇ, ਤੇ ਸਰੀਰ ਬਾਹਰੋਂ ਧੋਤਾ ਜਾ ਰਿਹਾ। ਸਰੀਰ ਨੂੰ ਧੋਣ ਦੇ ਨਾਲ, ਪਾਣੀ ਵਿੱਚ ਨਹਾਉਣ ਦੇ ਨਾਲ ਸਰੀਰ ਦੀ ਮੈਲ ਉਤਰੇਗੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸਰੀਰ ਸਾਫ਼ ਹੋਏਗਾ, ਪਸੀਨੇ ਦੀ ਮੈਲ ਉਤਰ ਜਾਏਗੀ, ਮੈਲ ਉਤਰ ਜਾਏਗੀ, ਸਰੀਰ ਸਾਫ਼ ਹੋ ਜਾਏਗਾ, ਮਿੱਟੀ ਘੱਟਾ ਲੈ ਜਾਏਗਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਜੇ ਕੋਈ ਕਹੇ ਕਿ ਮੈਂ ਤੀਰਥ ਦੇ ਵਿੱਚ ਨਹਾਵਾਂ ਤੇ ਉਹਦੇ ਨਾਲ ਮੇਰੀ ਸੋਚ ਬਦਲ ਜਾਏ, ਕੇਵਲ ਨਹਾਉਣ ਦੇ ਨਾਲ ਮੇਰੇ ਪਾਪ ਲੈ ਜਾਣ, ਐਵੇਂ ਨਹੀਂ ਹੁੰਦਾ। ਸਗੋਂ ਐਸੇ ਲੋਕ ਕੀ ਕਰਦੇ ਨੇ, ਪਾਪ ਕਰਹਿ ਪੰਚਾਂ ਕੇ ਬਸ ਰੇ, ਪੰਜ ਕਾਮ ਕ੍ਰੋਧ ਆਦਿ ਇਹਨਾਂ ਦੇ ਅਧੀਨ ਹੋ ਕੇ ਬੰਦਾ ਪਾਪ ਕਰਦਾ ਹੈ। ਤੀਰਥ ਨਾਏ ਕਹਿ ਸਭ ਉਤਰੇ, ਤੇ ਆਪ ਹੀ ਬੰਦਾ ਪਾਪ ਕਰਦਾ ਹੈ, ਫਿਰ ਆਪ ਹੀ ਤੀਰਥਾਂ ਤੇ ਨਹਾਉਂਦਾ ਹੈ ਤੇ ਆਪ ਹੀ ਇਹ ਮੰਨ ਲੈਂਦਾ ਕਿ ਮੇਰੇ ਪਾਪ ਲੈ ਗਏ ਨੇ। ਤੀਰਥਾਂ ਤੇ ਆਪ ਕੀਤਿਆਂ ਨਾ ਇਸ਼ਨਾਨ ਕੀਤਿਆਂ ਪਾਪ ਲੈ ਜਾਂਦੇ ਨੇ, ਆਪ ਹੀ ਮੰਨ ਲਿਆ, ਆਪ ਹੀ ਇਸ਼ਨਾਨ ਕੀਤਾ ਔਰ ਆਪ ਹੀ ਸੋਚ ਬੈਠਾ ਕਿ ਮੇਰੇ ਪਾਪ ਲੈ ਗਏ ਨੇ। ਤੀਰਥ ਨਾਏ ਕਹੇ ਸਭ ਉਤਰੇ, ਬਹੁਰ ਕਮਾਵੇਂ ਹੋਏ ਨਿਸੰਕ, ਤੇ ਫਿਰ ਝਾਕਾ ਲਾ ਕੇ ਖੁੱਲੇ ਦਿਲ ਪਾਪ ਕਰੀ ਜਾਂਦੇ ਨੇ, ਫਿਰ ਉਸੇ ਸੋਚ ਵਿੱਚ ਜੀਵੀ ਜਾਂਦੇ ਨੇ। ਜਮਪੁਰ ਬਾਣ ਖਰੇ ਕਾਲੰਕ, ਜਿਹੜੇ ਐਸੇ ਕਲੰਕਿਤ ਪੁਰਸ਼ ਨੇ, ਉਹਨਾਂ ਨੂੰ ਜਿਹੜੇ ਵਿਕਾਰ ਨੇ ਉਹ ਬੰਨ ਲੈਂਦੇ ਨੇ, ਯਾਨੀ ਉਹਨਾਂ ਨੂੰ ਬੰਨ ਕੇ ਜਮਾਂ ਦੀ ਪੁਰੀ ਵਿੱਚ ਵਿਕਾਰਾਂ ਦੇ ਦੁੱਖਾਂ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਪਿਛਲੇ ਸਮੇਂ ਵਿੱਚ ਵੀ ਪਾਪ ਕਮਾਉਂਦੇ ਰਹੇ, ਹੁਣ ਵੀ ਪਾਪ ਕਮਾ ਰਹੇ ਨੇ, ਆਉਣ ਵਾਲੇ ਸਮੇਂ ਵਿੱਚ ਵੀ ਪਾਪ ਕਮਾਉਣ ਦੀ ਹੀ ਆਸ ਹੈ, ਉਹ ਧੋਣ ਦੇ ਨਾਲ ਬਿਲਕੁਲ ਨਹੀਂ ਉਤਰਦੇ। ਭਾਵੇਂ ਸੈਂਕੜੇ ਵਾਰ ਤੁਸੀਂ ਤੀਰਥਾਂ ਤੇ ਨਹਾ ਲਓ, ਸੈਂਕੜੇ ਵਾਰ ਬਾਹਰ ਦੀ ਵਿਖਾਵੇ ਦੀ ਪਾਠ ਪੂਜਾ ਕਰ ਲਓ, ਸੈਂਕੜੇ ਵਾਰ ਸਮਾਧੀਆਂ ਲਾ ਲਓ, ਮਾਲਾ ਫੇਰ ਲਓ, ਕੁਛ ਕਰ ਲਓ, ਇਸ ਤਰ੍ਹਾਂ ਕਰਨ ਦੇ ਨਾਲ ਪਾਪ ਨਹੀਂ ਉਤਰਦੇ। ਨਾਨਕ ਬਖਸ਼ੇ ਬਖਸ਼ੀਆਂ, ਬਖਸ਼ੀਆਂ ਦਾ ਮਤਲਬ ਬਖਸ਼ੇ ਜਾਂਦੇ ਨੇ। ਬਖਸ਼ੇ ਦਾ ਮਤਲਬ ਜੇ ਰੱਬ ਮਿਹਰ ਕਰੇ, ਨਾਹੇ ਤਾਂ ਪਾਹੀ ਪਾਹੇ। ਪਾਹੀ ਦਾ ਮੀਨਿੰਗ ਹੈਗਾ ਜੁੱਤੀਆਂ, ਤੇ ਪਾਹੇ ਦਾ ਮਤਲਬ ਪੈਂਦੀਆਂ ਨੇ। ਪਾਹੀ ਦਾ ਮਤਲਬ ਜੁੱਤੀਆਂ, ਪਾਹੇ ਦਾ ਮਤਲਬ ਪੈਂਦੀਆਂ ਨੇ। ਪਾਹੀ ਪਾਹੇ ਦਾ ਮਤਲਬ ਜੁੱਤੀਆਂ ਪੈਂਦੀਆਂ ਨੇ। ਕਿ ਜੇ ਰੱਬ ਬਖਸ਼ ਦਵੇ ਤਾਂ ਜੀਵ ਬਖਸ਼ਿਆ ਜਾ ਸਕਦਾ ਹੈ, ਨਹੀਂ ਤਾਂ ਬੰਦੇ ਨੂੰ ਜੁੱਤੀਆਂ ਹੀ ਪੈਂਦੀਆਂ ਨੇ। ਜੁੱਤੀਆਂ ਪੈਣ ਦਾ ਮਤਲਬ ਹਰ ਥਾਂ ਤੇ ਨਮੋਸ਼ੀ ਹੁੰਦੀ ਹੈ, ਬੇਇੱਜ਼ਤੀ ਹੁੰਦੀ ਹੈ। ਹੁਣ ਰੱਬ ਜੇ ਬਖਸ਼ੇ ਤਾਂ ਬਖਸ਼ੇ ਜਾ ਸਕਦੇ ਨੇ, ਇਹ ਚੀਜ਼ ਸਮਝਣ ਵਾਲੀ ਹੈ। ਰੱਬ ਕਿਵੇਂ ਬਖਸ਼ੇਗਾ? ਜਦੋਂ ਅਸੀਂ ਰੱਬ ਦੀ ਸ਼ਰਨ ਵਿੱਚ ਜਾਵਾਂਗੇ, ਰੱਬੀ ਹੁਕਮ ਨੂੰ ਮੰਨਾਂਗੇ, ਰੱਬੀ ਰਜ਼ਾ ਵਿੱਚ ਤੁਰਾਂਗੇ, ਰੱਬ ਦੇ ਗੁਣਾਂ ਦੇ ਧਾਰਨੀ ਹੋਵਾਂਗੇ ਤੇ ਪਾਪ ਬਖਸ਼ੇ ਜਾ ਸਕਦੇ ਨੇ, ਯਾਨੀ ਉਤਰ ਜਾਂਦੇ ਨੇ। ਕਿਵੇਂ ਉਤਰ ਜਾਂਦੇ ਨੇ? ਹੁਣ ਅਸੀਂ ਨਹਾ ਕੇ ਤੇ ਦੇਖ ਲਿਆ, ਵਰਤਨ ਰਾਤੇ ਸਰਾਧ ਕਰਕੇ ਪਾਠ ਪੂਜਾ ਕਰਕੇ ਦੇਖ ਲਿਆ, ਸੁਭਾਅ ਨਹੀਂ ਬਦਲਿਆ, ਪਾਪ ਨਹੀਂ ਉਤਰੇ। ਹੁਣ ਅਸੀਂ ਇੱਕ ਟਰਾਈ ਕਰੀਏ ਕਿ ਸੱਚ ਬੋਲ ਕੇ ਵੇਖੀਏ, ਪ੍ਰੇਮ ਦੇ ਨਾਲ ਜੀ ਕੇ ਦੇਖੀਏ, ਦਇਆ ਕਰੀਏ, ਇੱਕ ਦੂਜੇ ਦਾ ਸਹਿਯੋਗ ਕਰੀਏ, ਤਾਂ ਜਿਹੜੇ ਪਾਪ ਨੇ ਉਤਰ ਜਾਣਗੇ ਨਾ ਆਟੋਮੈਟਿਕਲੀ। ਸੱਚ ਬੋਲਣਾ ਸ਼ੁਰੂ ਕਰੋ, ਝੂਠ ਆਪੇ ਹੀ ਖਤਮ ਹੋ ਜਾਏ। ਪਿਆਰ ਵਾਲੀ ਜ਼ਿੰਦਗੀ ਜੀਵੋ, ਜੈਲਸੀ ਆਪੇ ਖਤਮ ਹੋ ਜਾਏਗੀ। ਨਿਮਰਤਾ ਧਾਰਨ ਕਰੋ, ਹੰਕਾਰ ਆਟੋਮੈਟਿਕਲੀ ਖਤਮ ਹੋ ਜਾਏਗਾ। ਇਹਨੂੰ ਕਹਿੰਦੇ ਨੇ ਨਾਨਕ ਬਖਸ਼ੇ ਬਖਸ਼ੀਆਂ, ਨਾਹੇ ਤਾਂ ਪਾਹੀ ਪਾਹੇ। ਜੇ ਰੱਬ ਬਖਸ਼ੇ ਤਾਂ ਬਖਸ਼ੇ ਜਾ ਸਕਦੇ ਨੇ, ਨਹੀਂ ਤਾਂ ਜੁੱਤੀਆਂ ਹੀ ਪੈਂਦੀਆਂ ਨੇ। ਹੋਰ ਜਿੰਨੇ ਮਰਜ਼ੀ ਕਰਮ ਕਾਂਡ ਕਰ ਲਓ, ਉਹਨਾਂ ਦੇ ਨਾਲ ਸਾਡਾ ਅੰਦਰਲਾ ਸੁਭਾਅ ਜਿਹੜਾ ਨਹੀਂ ਬਦਲਦਾ। ਵਰਤਨ ਰਾਤਿਆਂ ਨਾਲ ਸੁਭਾਅ ਨਹੀਂ ਬਦਲਦਾ, ਸਮਾਧੀਆਂ ਲਾਉਣ ਨਾਲ ਸੁਭਾਅ ਨਹੀਂ ਬਦਲਦਾ। ਇੱਕ ਲਰਨਿੰਗ ਪ੍ਰੋਸੈਸਿੰਗ ਹੈ, ਲਰਨਿੰਗ ਪ੍ਰੋਸੈਸ ਹੈ। ਜੋ ਬੰਦਾ ਸਿੱਖਦਾ ਹੈ, ਜੋ ਬੰਦਾ ਆਪਣੇ ਅੰਦਰ ਲਿਖਦਾ ਹੈ, ਸੁਭਾਅ ਬਣਾਉਂਦਾ ਹੈ, ਉਵੇਂ ਦਾ ਬਣੀ ਜਾਂਦਾ ਹੈ। ਜੇ ਅਸੀਂ ਆਪਣੀ ਸੋਚ ਦੇ ਅੰਦਰ ਸੱਚ, ਦਇਆ, ਪਿਆਰ, ਮੁਹੱਬਤ ਵਸਾਉਣਾ ਸ਼ੁਰੂ ਕਰੀਏ ਤਾਂ ਸਾਡੇ ਜਿਹੜੇ ਵਿਕਾਰ ਨੇ, ਪਾਪ ਨੇ, ਮਾੜੇ ਜਿਹੜਾ ਸੁਭਾਅ ਹੈ ਉਹ ਖਤਮ ਹੋ ਜਾਏਗਾ। ਤਾਂ ਸਾਨੂੰ ਇੱਥੇ ਇੱਕ ਪੋਜ਼ਿਟਿਵ ਥਿੰਕਿੰਗ ਦਿੱਤੀ ਜਾ ਰਹੀ ਹੈ ਕਿ ਜੇਕਰ ਹੁਣ ਤੱਕ ਸਾਡੀ ਜ਼ਿੰਦਗੀ ਵਿਕਾਰਾਂ ਪਾਪਾਂ ਵਿੱਚ ਬੀਤੀ ਹੈ ਤਾਂ ਸਾਨੂੰ ਰੋਕ ਲਾਉਣੀ ਚਾਹੀਦੀ ਉਹਨਾਂ ਚੀਜ਼ਾਂ ਤੇ। ਕਰਮ ਕਾਂਡਾਂ ਦੇ ਨਾਲ ਕਦੇ ਪਾਪ ਖਤਮ ਨਹੀਂ ਹੁੰਦੇ, ਇਸ ਲਈ ਸਾਨੂੰ ਰੱਬੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ।
ਰੱਬੀ ਰਜ਼ਾ ਵਿੱਚ ਤੁਰਨਾ ਚਾਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਸ਼ੁਰੂ ਕਰਨੀ ਚਾਹੀਦੀ ਹੈ। ਫਿਰ ਜੀਵਨ ਚੋਂ ਪਾਪ ਕਰਮ ਖਤਮ ਹੋ ਜਾਣਗੇ, ਸ਼ੁਭ ਗੁਣ ਆ ਜਾਣਗੇ ਔਰ ਜੀਵਨ ਮਹਾਨ ਹੋ ਜਾਏਗਾ। ਅਗਲਾ ਸ਼ਲੋਕ ਵੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ, ਮਹਿਲਾ ਪਹਿਲਾ। ਨਾਨਕ, ਇੱਥੇ ਰੁਕਣਾ ਹੈ ਥੋੜਾ ਜਿਹਾ। ਬੋਲਣ ਚਖਣਾ ਦੁੱਖ ਛੱਡ ਮੰਗੀਏ ਹੈ ਸੁਖ, ਮੰਗੀਏ ਹੈ ਮੰਗੇ ਜਾਂਦੇ ਹਨ ਬਹੁ ਉਚਨੀ ਸ਼ਬਦ। ਇਹ ਜੋ ਦੁੱਖ ਛੱਡ ਕੇ ਸੁੱਖ ਮੰਗਦੇ ਹਨ, ਅਜਿਹਾ ਬੋਲਣਾ ਸਿਰ ਖਪਾਈਏ। ਝਖਣਾ ਦਾ ਮਤਲਬ ਹੈ ਝਖਾ ਮਾਰਨਾ, ਵਿਅਰਥ ਬੋਲਣਾ, ਬੇਕਾਰ ਬੋਲਣਾ, ਜਿਹਦਾ ਕੋਈ ਫਾਇਦਾ ਨਹੀਂ ਬੋਲਣ ਦਾ। ਅਸੀਂ ਕਹਿੰਦੇ ਨਾ ਫਲਾਂ ਬੰਦਾ ਛੱਡੋ ਪਰਾਂ, ਝਖਾ ਮਾਰ ਰਿਹਾ। ਝਖਾ ਮਾਰਨ ਦਾ ਮਤਲਬ ਕਿ ਐਵੇਂ ਨਜਾਇਜ਼ ਬੋਲ ਰਿਹਾ ਹੈ ਜਿਨ੍ਹਾਂ ਦਾ ਕੋਈ ਲਾਭ ਹੀ ਨਹੀਂ ਹੈ। ਸਿਰ ਖਪਾਈ, ਮੰਗੀਆਂ ਦਾ ਮਤਲਬ ਮੰਗੇ ਜਾਂਦੇ ਨੇ। ਦੁੱਖ ਛੱਡ ਕੇ ਸੁੱਖ ਪੈ ਮੰਗਦੇ ਨੇ ਨਾ ਜਿਹੜੇ, ਵੀ ਸਾਡੇ ਦੁੱਖ ਦੂਰ ਹੋ ਜਾਣ ਤੇ ਸਾਨੂੰ ਸੁੱਖ ਮਿਲ ਜਾਣ, ਮੰਗ ਰਹੇ ਨੇ। ਗੁਰੂ ਜੀ ਕਹਿੰਦੇ ਨੇ ਇਹ ਸਾਰੀਆਂ ਝਖਾ ਮਾਰਨ ਦੇ ਬਰਾਬਰ, ਵਿਅਰਥ ਐਵੇਂ ਹੀ ਖੱਪ ਰਹੇ ਨੇ। ਇਹ ਖੱਪਣ ਦਾ ਕੋਈ ਫਾਇਦਾ ਨਹੀਂ ਹੈ ਕਿ ਮੇਰੇ ਦੁੱਖ ਖਤਮ ਹੋ ਜਾਣ, ਹਾਏ ਮੈਂ ਬੜਾ ਦੁਖੀ ਹਾਂ, ਸਾਡੇ ਘਰ ਬਰਕਤ ਨਹੀਂ ਪੈਂਦੀ, ਇਹ ਉਹ ਜੋ ਵੀ ਅਸੀਂ ਬੋਲਦੇ ਹਾਂ, ਇਹ ਬੋਲਣਾ ਝਖਾ ਮਾਰਨ ਦੇ ਬਰਾਬਰ ਹੈ। ਹੁਣ ਸਾਡੇ ਅੰਦਰ ਨਾ ਕਈ ਵਾਰ ਸਵਾਲ ਪੈਦਾ ਹੋ ਸਕਦਾ ਹੈ, ਸ਼ੰਕਾ ਪੈਦਾ ਹੋ ਸਕਦੀ ਕਿ ਕੀ ਅਸੀਂ ਦੁਖੀ ਹਾਂ ਤੇ ਫਿਰ ਦੁੱਖ ਦੱਸੀਏ ਨਾ, ਫਿਰ ਕਿਵੇਂ ਦੂਰ ਹੋਣਗੇ? ਤਾਂ ਦੁੱਖਾਂ ਦੇ ਬੋਲ ਬੁਲਾਰੇ ਕਰੀ ਜਾਣ ਨਾਲ ਦੁੱਖ ਦੂਰ ਨਹੀਂ ਹੁੰਦੇ। ਉਹਨਾਂ ਦੁੱਖਾਂ ਦੇ ਕਾਰਨਾਂ ਨੂੰ ਲੱਭਣਾ ਪਵੇਗਾ ਕਿ ਕਾਰਨ ਕੀ ਨੇ। ਉਹਨਾਂ ਕਾਰਨਾਂ ਨੂੰ ਦੂਰ ਕਰਾਂਗੇ ਤਾਂ ਹੀ ਹੈ ਨਾ। ਜੇ ਗੱਲਾਂ ਕਰੀ ਜਾਏ ਬੰਦਾ ਕਿਸੇ ਕੰਮ ਵਾਸਤੇ, ਸਪੋਜ਼ ਤੁਸੀਂ ਘਰ ਬਣਾਉਣਾ ਚਾਹੁੰਦੇ ਹੋ ਤੇ ਘਰ ਵਾਸਤੇ ਗੱਲਾਂ ਕਰੀ ਜਾਓ ਕਿ ਅਸੀਂ ਕੋਠੀ ਬਣਾਣੀ ਹੈ, ਮਕਾਨ ਬਣਾਉਣਾ ਹੈ, ਉਸ ਮਕਾਨ ਵਿੱਚ 4 ਬੈਡਰੂਮ ਹੋਣਗੇ, ਇੱਥੇ ਰਸੋਈ ਹੋਏਗੀ, ਇਹ ਮਹਿਮਾਨਾਂ ਵਾਸਤੇ ਬਣਾਵਾਂਗੇ, ਇੰਜ ਕਰਾਂਗੇ, ਇਹ ਕਰਾਂਗੇ, ਐਵੇਂ ਸਾਰਾ ਟੱਬਰ ਅਸੀਂ ਗੱਲਾਂ ਕਰੀ ਜਾਈਏ ਔਰ ਗੱਲਾਂ ਹੀ ਕਰੀ ਜਾਈਏ, ਅਗਲੇ ਦਿਨ ਫਿਰ ਅਗਲੇ ਦਿਨ ਫਿਰ, ਤੇ 6 ਮਹੀਨੇ ਤੋਂ ਗੱਲਾਂ ਹੀ ਕਰ ਰਹੇ ਹਾਂ। ਨਾ ਪਲਾਟ ਖਰੀਦੀਏ, ਨਾ ਮਿਸਤਰੀ ਲਿਆਈਏ, ਨਾ ਠੇਕੇਦਾਰ ਨੂੰ ਠੇਕਾ ਦੇਈਏ, ਮਕਾਨ ਬਣਾਉਣਾ ਆਰੰਭ ਨਾ ਕਰੀਏ ਤਾਂ ਕੀ ਮਕਾਨ ਬਣ ਜਾਏਗਾ? ਨਹੀਂ ਬਣੇਗਾ ਨਾ। ਇਸੇ ਤਰ੍ਹਾਂ ਜੋ ਸਾਡੇ ਦੁੱਖ ਨੇ, ਅਸੀਂ ਉਹਨਾਂ ਦੁੱਖਾਂ ਬਾਰੇ ਤੇ ਬੋਲੀ ਜਾਈਏ ਕਿ ਸਾਡੇ ਘਰ ਕਲੇਸ਼ ਬੜਾ ਰਹਿੰਦਾ ਜੀ, ਸਾਡੀ ਆਪਸ ਵਿੱਚ ਬਣਦੀ ਨਹੀਂ ਜੀ, ਸਾਡੇ ਘਰ ਇਹ ਜੀ ਉਹ ਜੀ, ਇਸ ਬੋਲੀ ਜਾਓ, ਇਹਦੇ ਨਾਲ ਕੀ ਹੋਣਾ? ਕੁਛ ਨਹੀਂ ਹੋਣਾ। ਜਿਹੜੀ ਚੀਜ਼ ਕਰਕੇ ਕਲੇਸ਼ ਹੈ ਉਹਨੂੰ ਦੂਰ ਕਰੋ। ਜਿਸ ਚੀਜ਼ ਕਰਕੇ ਕਲੇਸ਼ ਹੈ ਉਹਨੂੰ ਦੂਰ ਕਰੋ। ਜੇ ਝੂਠ ਕਰਕੇ ਕਲੇਸ਼ ਹੈ ਤੇ ਝੂਠ ਛੱਡ ਦਿਓ, ਸੱਚ ਬੋਲਣਾ ਸ਼ੁਰੂ ਕਰੋ। ਨਿਰਾ ਬੋਲਣਾ ਉਹਦੇ ਨਾਲ ਕੁਝ ਹੋਣ ਵਾਲਾ ਨਹੀਂ ਹੈ ਜਦੋਂ ਤੱਕ ਅਸੀਂ ਕੁਝ ਕਰਦੇ ਨਹੀਂ, ਆਪਣੇ ਸੁਭਾਅ ਨੂੰ ਨਹੀਂ ਬਦਲਦੇ। ਨਾਨਕ ਬੋਲਣ ਚਖਣਾ ਦੁੱਖ ਛੱਡ ਮੰਗੀਏ ਸੁਖ, ਕਿ ਦੁੱਖਾਂ ਨੂੰ ਛੱਡ ਕੇ ਕੇਵਲ ਸੁਖ ਮੰਗਣੇ, ਇਹ ਵਿਅਰਥ ਦੇ ਬੋਲ ਬੁਲਾਰੇ ਨੇ। ਕਿਉਂ? ਕਿ ਸੁਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਪਹਿਰੇ ਜਾਏ ਦਾ ਮਤਲਬ ਪਹਿਰੇ ਜਾਂਦੇ ਨੇ, ਪਹਿਨਦੇ ਨੇ। ਜਾਏ ਦਾ ਮਤਲਬ ਜਨਮ ਲੈ ਕੇ, ਪਹਿਰੇ ਜਾਏ, ਜਾਏ ਦਾ ਮਤਲਬ ਜਨਮ ਲੈਣਾ। ਤੇ ਜਿਹੜਾ ਦਰ ਸ਼ਬਦ ਹੈ ਇਹਦੇ ਕਈ ਸਾਰੇ ਮੀਨਿੰਗ ਨੇ। ਦਰ ਦਾ ਮਤਲਬ ਦਰਵਾਜ਼ਾ ਵੀ ਹੁੰਦਾ ਹੈ ਤੇ ਦਰ ਦਾ ਮਤਲਬ ਦਰਗਾਹ ਵੀ ਹੁੰਦਾ ਹੈ। ਤੇ ਇਸ ਦਰ ਦਾ ਅਰਥ ਬਹੁਤ ਸਾਰੇ ਵਿਦਵਾਨਾਂ ਨੇ ਦਰ ਤੇ ਕੀਤਾ ਹੈ ਕਿ ਰੱਬ ਦੇ ਦਰ ਤੋਂ ਸੁੱਖ ਔਰ ਦੁੱਖ ਦੋ ਕੱਪੜੇ ਮਿਲੇ ਨੇ ਜਿਹੜੇ ਬੰਦੇ ਨੂੰ ਪਾਣੇ ਪੈਂਦੇ ਨੇ। ਪਰ ਜਦੋਂ ਅਸੀਂ ਮਹਾਨ ਕੋਸ਼ ਪੜ੍ਹਦੇ ਹਾਂ, ਦਰ ਦਾ ਮਤਲਬ ਵਿੱਚ ਵੀ ਹੁੰਦਾ ਹੈ, ਅੰਦਰ। ਇੱਥੇ ਦਰ ਦਾ ਮਤਲਬ ਹੈ ਅੰਦਰ। ਸਾਡੇ ਅੰਦਰ ਸੁੱਖ ਔਰ ਦੁੱਖ ਦੋਵੇਂ ਕੱਪੜੇ ਨੇ। ਪਹਿਰੇ ਜਾਏ ਮਨੁੱਖ, ਜਨਮ ਲੈ ਕੇ ਬੰਦਾ ਉਹਨਾਂ ਕੱਪੜਿਆਂ ਨੂੰ ਪਹਿਨਦਾ ਹੈ। ਸਾਡੇ ਅੰਦਰ ਨੇ ਸੁੱਖ ਔਰ ਦੁੱਖ, ਸਾਡੀ ਸੋਚ ਦੇ ਵਿੱਚ ਨੇ ਦੋਵੇਂ, ਸੁੱਖ ਵੀ ਔਰ ਦੁੱਖ ਵੀ। ਔਰ ਜਨਮ ਤੋਂ ਲੈ ਕੇ ਬੰਦਾ ਇਹਨਾਂ ਸੁੱਖਾਂ ਦੁੱਖਾਂ ਦੇ ਕੱਪੜਿਆਂ ਨੂੰ ਪਹਿਨਦਾ ਹੈ। ਹੁਣ ਇਹ ਦੋ ਪੱਖਾਂ ਤੋਂ ਇਸ ਚੀਜ਼ ਨੂੰ ਵਿਚਾਰਨਾ ਹੋਵੇਗਾ ਕਿ ਸੁੱਖ ਔਰ ਦੁੱਖ ਦੋਵੇਂ ਸਾਡੇ ਅੰਦਰ ਨੇ। ਸੁੱਖ ਗੁਣਾ ਕਰਕੇ ਨੇ ਔਰ ਦੁੱਖ ਔਗਣਾ ਕਰਕੇ ਨੇ। ਇਸ ਚੀਜ਼ ਨਾਲ ਤੇ ਹਰ ਬੰਦਾ ਸਹਿਮਤ ਹੈ। ਹੁਣ ਤੁਸੀਂ ਸੁੱਖ ਦੇ ਕੱਪੜੇ ਪਹਿਨਣਾ ਚਾਹੁੰਦੇ ਹੋ ਕਿ ਦੁੱਖ ਦੇ? ਮੈਂ ਸੁੱਖਾਂ ਵਾਲੇ ਕੱਪੜੇ ਪਹਿਨਣਾ ਚਾਹੁੰਦਾ, ਦੁੱਖਾਂ ਵਾਲੇ? ਤੁਹਾਡੀ ਅਲਮਾਰੀ ਭਰੀ ਪਈ ਹੈ ਕੱਪੜਿਆਂ ਦੀ, ਉਹਦੇ ਵਿੱਚੋਂ ਤੁਸੀਂ ਸਿਆਲ ਵਾਲੇ ਕੱਪੜੇ ਪਹਿਨਣਾ ਚਾਹੁੰਦੇ ਹੋ ਕਿ ਗਰਮੀ ਵਾਲੇ? ਹਰੇ ਰੰਗ ਦੇ ਪਾਣੇ ਨੇ, ਪੀਲੇ ਵਾਲੇ? ਆਲ ਓਵਰ ਸੂਟ ਪਾਣਾ ਹੈ ਕਿ ਮੈਚਿੰਗ ਪਾਣਾ ਹੈ? ਪੈਂਟ ਸ਼ਰਟ ਪਾਣੀ ਹੈ, ਕਮੀਜ਼ ਪਜਾਮਾ ਪਾਣਾ ਹੈ? ਅਲਮਾਰੀ ਭਰੀ ਪਈ ਕੱਪੜਿਆਂ ਦੀ, ਤੁਹਾਡੀ ਮਰਜ਼ੀ ਹੈ ਨਾ, ਉਹ ਹੀ ਪਾਓਗੇ।
ਇਸੇ ਤਰ੍ਹਾਂ ਹਰ ਮਨੁੱਖ ਦੇ ਅੰਦਰ ਸੁੱਖ ਔਰ ਦੁੱਖ ਦੋਵੇਂ ਕੱਪੜੇ ਨੇ। ਜਨਮ ਤੋਂ ਲੈ ਕੇ ਬੰਦਾ ਪਹਿਨੀ ਜਾਂਦਾ ਹੈ। ਇਹ ਤੁਹਾਡੀ ਮਰਜ਼ੀ ਹੈ ਕਿ ਸੁੱਖ ਵਾਲੇ ਕੱਪੜੇ ਪਹਿਨ ਲਓ ਜਾਂ ਦੁੱਖ ਵਾਲੇ ਪਹਿਨ ਲਓ। ਜੇ ਸ਼ੁਭ ਗੁਣ ਆਪਣੇ ਅੰਦਰੋਂ ਪ੍ਰਗਟ ਕਰੋਗੇ ਤਾਂ ਅੰਦਰ ਸ਼ਾਂਤੀ ਬਣੀ ਰਹੇਗੀ, ਸੁੱਖ ਦਾ ਕੱਪੜਾ ਪਾ ਲੋਗੇ। ਤੇ ਜੇ ਵਿਕਾਰ ਕਮਾਓਗੇ ਤੇ ਉਹਨਾਂ ਕਰਕੇ ਦੁੱਖ ਔਰ ਅਸ਼ਾਂਤੀ ਬਣੇਗੀ, ਅਸ਼ਾਂਤੀ ਵਾਲਾ ਕੱਪੜਾ ਪਹਿਨ ਲੋਗੇ। ਸ਼ੁਰੂ ਤੋਂ ਲੈ ਕੇ ਜਨਮ ਤੋਂ ਲੈ ਕੇ ਬੰਦਾ ਇਹ ਸੁੱਖ ਦੁੱਖ ਦੇ ਕੱਪੜੇ ਖੁਦ ਪਹਿਨਦਾ ਹੈ। ਸੁੱਖ ਔਰ ਦੁੱਖ ਇਹ ਖੁਦ ਨਿਸ਼ਚਿਤ ਕਰਦਾ ਹੈ, ਚੁਆਇਸ ਹੈ ਬੰਦੇ ਦੀ। ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ, ਹਰ ਸੁੱਖ ਕਿਸੇ ਨਾ ਕਿਸੇ ਦੁੱਖ ਦੇ ਵਿੱਚੋਂ ਉਪਜਦਾ ਹੈ। ਜੇ ਦੁੱਖ ਨਹੀਂ ਚੱਲੋਗੇ ਤਾਂ ਸੁੱਖ ਪੈਦਾ ਨਹੀਂ ਹੋਏਗਾ। ਹੁਣ ਦੇਖੋ, ਇੱਕ ਕਿਸਾਨ ਹੈ, ਉਹਦੇ ਘਰ ਦੇ ਵਿੱਚ ਕਣਕ ਆਉਂਦੀ ਹੈ ਤੇ ਕਣਕ ਐਵੇਂ ਥੋੜਾ ਆ ਗਈ ਹੈ। ਜੇ ਕਿਸਾਨ ਇਹ ਕਹੇ ਕਿ ਮੈਂ ਪੈਲੀ ਤੇ ਨਹੀਂ ਜਾਣਾ, ਹਲ ਨਹੀਂ ਵਾਣਾ, ਕੁਛ ਨਹੀਂ ਕਰਨਾ, ਤੇ ਕਣਕ ਮੇਰੇ ਘਰ ਆ ਜਾਏ, ਐਵੇਂ ਤਾਂ ਆਉਣੀ ਨਹੀਂ ਨਾ। ਕਣਕ ਵਾਸਤੇ ਉਹਨੇ ਕਿਵੇਂ ਪੈਲੀ ਵਾਹੀ ਹੈ, ਸੁਹਾਗੇ ਫੇਰੇ ਨੇ, ਕਣਕ ਦੇ ਬੀਜ ਬੀਜੇ ਨੇ, ਕਿਆਰੇ ਬਣਾਏ ਨੇ, ਫਸਲ ਨੂੰ ਪਾਣੀ ਦਿੱਤਾ ਹੈ, ਖਾਦ ਪਾਈ ਹੈ, ਗੋਡੀ ਕੀਤੀ ਹੈ, ਜਾਂ ਕੀੜੇ ਮਾਰ ਵਗੈਰਾ ਦਵਾਈਆਂ ਪਾਈਆਂ ਨੇ, ਫਿਰ ਉਹਨੂੰ ਵੱਢਿਆ ਹੈ, ਫਿਰ ਉਹਨੂੰ ਮਸ਼ੀਨ ਦੇ ਨਾਲ ਗਾਇਆ ਹੈ, ਤੇ ਤਾਂ ਕਣਕ ਆਈ ਹੈ ਨਾ ਘਰ। ਕਿੰਨਾ ਵੱਡਾ ਦੁੱਖ ਹੈ ਨਾ ਉਹਦੇ ਵਿੱਚੋਂ। ਇੱਥੇ ਦੁੱਖ ਦਾ ਮਤਲਬ ਹੁਣ ਮਿਹਨਤ ਕਰੋਗੇ ਤਾਂ। ਕੋਈ ਵੀ ਸੁੱਖ ਦੁੱਖ ਤੋਂ ਬਿਨਾ ਆ ਨਹੀਂ ਸਕਦਾ। ਜੇ ਕੋਈ ਕਹੇ ਕਿ ਕੱਲਾ ਮੇਰੀ ਜ਼ਿੰਦਗੀ ਵਿੱਚ ਸਿਰਫ ਸੁੱਖ ਹੋਵੇ ਤਾਂ ਉਹ ਜ਼ਿੰਦਗੀ ਚੱਲੇਗੀ ਵੀ ਨਹੀਂ। ਜਿਵੇਂ ਅਸੀਂ ਕਹੀਏ ਕਿ ਇਸ ਦੁਨੀਆ ਤੇ ਸਿਰਫ ਦਿਨ ਹੋਵੇ, ਰਾਤ ਹੋਵੇ ਹੀ ਨਾ, ਤਾਂ ਜ਼ਿੰਦਗੀ ਕੈਸੀ ਹੋ ਜਾਏਗੀ। ਇਸ ਲਈ ਦੁੱਖ ਜਿਹੜੀ ਉਦਮ ਹੈ ਜਾਂ ਤਕਲੀਫ ਹੈ ਜਾਂ ਮਿਹਨਤ ਹੈ, ਉਹਦੇ ਤੋਂ ਬਾਅਦ ਹੀ ਸੁੱਖ ਪੈਦਾ ਹੁੰਦਾ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਸੁਣਾਇਆ ਸੀ ਨਾ, ਚੁਟਕਲਾ ਹੀ ਹੈ। ਇੱਕ ਬੱਚਾ ਆਪਣੇ ਪਿਓ ਤੋਂ ਪੁੱਛਦਾ, ਡੈਡੀ ਆ ਬੱਕਰੀ ਮਿਆਂ ਮਿਆਂ ਕਰਦੀ ਜਾਂਦੀ ਹੈ, ਇਹ ਕਿਉਂ? ਕਹਿਣ ਲੱਗਾ, ਪੁੱਤਰ ਇਹ ਕਸਾਈਆਂ ਦੇ ਵੱਸ ਪੈ ਗਈ ਹੈ ਤੇ ਇਹਨੂੰ ਦੁਕਾਨ ਤੇ ਲਿਜਾ ਕੇ ਵੱਢ ਦੇਣਗੇ, ਇਹਦੀ ਖੱਲ ਲਾ ਦੇਣਗੇ, ਇਹਦੇ ਟੁਕੜੇ ਟੁਕੜੇ ਕਰਕੇ ਇਹਦਾ ਮਾਸ ਵੇਚ ਦੇਣਗੇ, ਵਿਚਾਰੀ ਤਾਂ ਰੋਂਦੀ। ਅੱਛਾ, ਕਹਿੰਦਾ ਅੱਛਾ ਅੱਛਾ, ਮੈਂ ਸਮਝਿਆ ਖੁਰੇ ਨੂੰ ਸਕੂਲੇ ਛੱਡਣ ਚੱਲੇ ਨੇ ਤਾਂ ਰੋ ਰਹੀ। ਹੁਣ ਸਕੂਲੇ ਜਾਣਾ ਕਿੰਨਾ ਦੁੱਖ ਲੱਗਦਾ ਨਾ ਬੱਚਿਆਂ ਨੂੰ, ਪਰ ਉਹ ਦੁੱਖ ਨੂੰ ਝੱਲਣਗੇ ਤਾਂ ਹੀ ਉਹ ਡਾਕਟਰ, ਇੰਜੀਨੀਅਰ, ਵਿਗਿਆਨਿਕ ਬਣਨਗੇ ਨਾ। ਤੇ ਜੇ ਕੋਈ ਕਹੇ ਕਿ ਮੇਰੀ ਜ਼ਿੰਦਗੀ ਵਿੱਚ ਦੁੱਖ ਮੈਨੂੰ ਨਾ ਝੱਲਣਾ ਪਵੇ, ਤਕਲੀਫ ਨਾ ਕਰਨੀ ਪਏ, ਮਿਹਨਤ ਨਾ ਕਰਨੀ ਪਏ, ਔਰ ਮੈਨੂੰ ਕੱਲਾ ਸੁੱਖ ਮਿਲੇ, ਤਾਂ ਇਹ ਬੇਕਾਰ ਦੇ ਫਜ਼ੂਲ ਬੋਲ ਨੇ, ਐਵੇਂ ਕਦੇ ਨਹੀਂ ਹੋਣਾ। ਇਸ ਲਈ ਦੋਵੇਂ ਚੀਜ਼ਾਂ ਨੇ, ਦੋਹਾਂ ਪੱਖਾਂ ਤੋਂ ਇਸ ਨੂੰ ਵਿਚਾਰਨਾ ਹੈ ਕਿ ਹਰ ਸੁੱਖ ਸਾਡੀ ਮਿਹਨਤ ਦਾ ਨਤੀਜਾ ਹੋਏਗਾ। ਨੰਬਰ 2, ਸੁੱਖ ਔਰ ਦੁੱਖ ਸਾਡੇ ਅੰਦਰ ਨੇ। ਚਾਹੇ ਸੁੱਖ ਪਹਿਨ ਲਓ ਔਰ ਚਾਹੇ ਦੁੱਖ ਦਾ ਕੱਪੜਾ ਪਾ ਲਓ। ਚੰਗੇ ਕਰਮ ਕਰੋਗੇ, ਸਹੀ ਪਾਸੇ ਮਿਹਨਤ ਕਰੋਗੇ, ਸੁੱਖ ਮਿਲੇਗਾ। ਮਾੜੇ ਕਰਮ ਕਰੋਗੇ, ਮਾੜੇ ਪਾਸੇ ਜਾਓਗੇ, ਦੁੱਖ ਮਿਲੇਗਾ। ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਬੋਲਣ ਦਾ ਮਤਲਬ ਬੋਲਣ ਨਾਲ, ਹਾਰੀਏ ਦਾ ਮਤਲਬ ਹਾਰ ਹੀ ਮੰਨਣੀ ਪੈਣੀ ਹੈ। ਤਿੱਥੇ ਚੰਗੀ ਚੁੱਪ ਦਾ ਮਤਲਬ ਉੱਥੇ ਚੁੱਪ ਰਹਿਣਾ ਚੰਗਾ ਹੈ। ਸੋ ਜਿਸ ਦੇ ਸਾਹਮਣੇ ਇਤਰਾਜ਼ ਗਿਲਾ ਕੀਤਿਆਂ ਹਾਰ ਹੀ ਮੰਨਣੀ ਪੈਣੀ ਹੈ, ਉੱਥੇ ਚੁੱਪ ਰਹਿਣਾ ਹੀ ਚੰਗਾ ਹੈ। ਹੁਣ ਜੇ ਕੋਈ ਬੰਦਾ ਇਹ ਕਹੇ ਕਿ ਮੈਂ ਇਸ ਸਿਸਟਮ ਦੇ ਖਿਲਾਫ ਕੁਝ ਕਰ ਸਕਦਾ, ਕਿ ਮੈਂ ਮਿਹਨਤ ਕੋਈ ਨਾ ਕਰਾਂ, ਕੰਮ ਕੋਈ ਨਾ ਕਰਾਂ, ਸਕੂਲ ਨਾ ਜਾਵਾਂ ਤੇ ਮੈਂ ਡਾਕਟਰ, ਇੰਜੀਨੀਅਰ ਬਣ ਜਾਵਾਂ, ਐਸਾ ਨਹੀਂ ਨਾ ਹੋ ਸਕਦਾ, ਤਾਂ ਫਿਰ ਇੱਥੇ ਚੁੱਪ ਕਰਨੀ ਚੰਗੀ ਹੈ। ਚੁੱਪ ਕਰਨੀ ਦਾ ਮਤਲਬ ਸਾਨੂੰ ਇਹ ਰਜ਼ਾ ਮੰਨ ਲੈਣੀ ਚਾਹੀਦੀ। ਜੇ ਕੋਈ ਕਹੇ ਕਿ ਕੁਦਰਤ ਦੇ ਅੰਦਰ ਜੋ ਨਿਯਮ ਨੇ ਕੁਦਰਤੀ, ਇਹਨਾਂ ਕੁਦਰਤ ਦੇ ਨਿਯਮਾਂ ਤੋਂ ਬਾਹਰ ਵੀ ਮੈਂ ਕੁਝ ਕਰ ਸਕਦਾ ਹਾਂ, ਕੁਦਰਤੀ ਨਿਯਮਾਂ ਤੋਂ ਬਾਅਦ, ਲਾ ਆਫ ਨੇਚਰ ਤੋਂ ਬਾਹਰ ਵੀ ਮੈਂ ਕੁਝ ਕਰ ਸਕਣਾ, ਤਾਂ ਕੀ ਮੇਰੀ ਭੈਣੋ ਤੇ ਵੀਰੋ ਕੋਈ ਕਰ ਸਕਦਾ ਹੈ? ਨਹੀਂ ਕਰ ਸਕਦਾ ਨਾ, ਹੋ ਹੀ ਨਹੀਂ ਸਕਦਾ। ਤਾਂ ਇੱਥੇ ਫਿਰ ਸਾਨੂੰ ਚੁੱਪ ਕਰਨਾ ਚਾਹੀਦਾ ਹੈ। ਇੱਥੇ ਚੁੱਪ ਚੰਗੀ ਹੈ, ਮੀਨਸ ਕਿ ਚੁੱਪ ਕਰਕੇ ਸਾਨੂੰ ਉਸ ਸਿਸਟਮ ਨੂੰ ਅਪਣਾ ਲੈਣਾ ਚਾਹੀਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਸਾਨੂੰ ਚੁੱਪ ਕਰਕੇ, ਯਾਨੀ ਖੁਸ਼ੀ ਦੇ ਨਾਲ ਰੱਬੀ ਰਜ਼ਾ ਨੂੰ ਅਪਣਾਉਣਾ ਚਾਹੀਦਾ ਹੈ। ਰੱਬੀ ਰਜ਼ਾ ਦੇ ਅੰਦਰ ਤੁਰਨ ਦੇ ਨਾਲ ਬੰਦਾ ਸੁਖੀ ਰਹਿ ਸਕਦਾ ਹੈ, ਰੱਬੀ ਰਜ਼ਾ ਨੂੰ ਤੋੜ ਕੇ ਨਹੀਂ, ਸਿਸਟਮ ਤੋਂ ਉਲਟ ਨਹੀਂ। ਇਸ ਲਈ ਕੇਵਲ ਸੁੱਖਾਂ ਦੇ ਦੁੱਖਾਂ ਦੇ ਬੋਲ ਬੁਲਾਰੇ ਕਰੀ ਜਾਣੇ, ਇਹਨਾਂ ਦਾ ਕੋਈ ਲਾਭ ਨਹੀਂ ਹੈ। ਰੱਬੀ ਰਜ਼ਾ ਦੇ ਅੰਦਰ ਤੁਰਨ ਦੇ ਨਾਲ
ਸਾਡੀ ਜ਼ਿੰਦਗੀ ਅੰਦਰ ਸੁਖ ਸ਼ਾਂਤੀ ਆ ਸਕਦੀ ਹੈ। ਚਾਰੇ ਕੁੰਡਾਂ ਦੇਖ ਅੰਦਰ ਪਾਲਿਆ। ਜੋ ਮਨੁੱਖ ਚਾਰੇ ਤਰਫਾਂ ਵੇਖ ਕੇ ਚੌਵੀਂ ਪਾਸੇ ਭਟਕਣਾ ਛੱਡ ਕੇ ਆਪਣੇ ਅੰਦਰ ਭਾਲਦਾ ਹੈ। ਹੁਣ ਦੇਖੋ, ਜਿਹੜਾ ਸੁੱਖ ਹੈ ਜਾਂ ਰੱਬ ਦੀ ਜੇ ਅਸੀਂ ਗੱਲ ਕਰੀਏ ਤਾਂ ਬੰਦਾ ਰੱਬ ਨੂੰ ਲੱਭਣ ਵਾਸਤੇ ਬਾਹਰ ਫਿਰ ਰਿਹਾ ਹੈ ਨਾ, ਜੰਗਲਾਂ ਵਿੱਚ ਜਾ ਰਿਹਾ ਹੈ, ਤਪੱਸਿਆ ਕਰ ਰਿਹਾ ਹੈ, ਧੂਣੀਆਂ ਤਾਰਿਆ ਹੈ, ਪਾਣੀ ਵਿੱਚ ਖਲੋ ਕੇ ਭਗਤੀ ਕਰਦਾ ਹੈ ਪਿਆ, ਜਾਂ ਪੁੱਠਾ ਲਟਕਿਆ ਹੋਇਆ ਹੈ, ਜਾਂ ਸਮਾਧੀਆਂ ਲਾਉਂਦਾ, ਭੋਰਿਆਂ ਵਿੱਚ ਵੜਿਆ, ਜਾਂ ਜਿੰਨੇ ਵੀ ਧਰਮ ਕਰਮ ਕੀਤੇ ਜਾ ਰਹੇ ਨੇ। ਤਾਂ ਇਹ ਕਰਮ ਕਰਨ ਦੇ ਨਾਲ ਤੇ ਰੱਬ ਕਿਸੇ ਨੂੰ ਮਿਲਿਆ ਨਹੀਂ। ਵੀ ਜੰਗਲ ਵਿੱਚ ਕੋਈ ਗਿਆ ਹੋਏ ਤੇ ਉੱਥੇ ਬੈਠਾ ਰੱਬ ਹੋਏ, ਸੇਬ ਦੇ ਪੇੜ ਦੇ ਉੱਤੇ ਕਿਤੇ, ਤੇ ਰੱਬ ਮਿਲ ਗਿਆ ਹੋਵੇ, ਐਵੇਂ ਤੇ ਨਾ ਕਿਸੇ ਨੂੰ ਮਿਲਿਆ ਤੇ ਨਾ ਮਿਲਣਾ। ਕਿਉਂਕਿ ਤਾਂ ਹੈ ਨਾ, ਜੰਗਲਾਂ ਵਿੱਚ ਜੇ ਇੱਥੇ ਘਰ ਨਾ ਹੋਏ, ਊਹਾਂ ਤੋਂ ਜਾਈਏ ਜੋ ਇਹਾਂ ਨਾ ਹੋ। ਇਸ ਲਈ ਬਾਹਰ ਨਹੀਂ ਹੈ, ਚਾਰੇ ਪਾਸੇ ਖੱਪ ਖਪਾ ਕੇ ਕਰਮ ਕਾਂਡ ਕਰ ਕਰਕੇ ਅੰਦਰ ਭਾਲਿਆ, ਜਿਹਨੇ ਆਪਣੇ ਆਪੇ ਦੇ ਅੰਦਰ ਲੱਭਣ ਦਾ ਯਤਨ ਕੀਤਾ, ਸੈਲਫ ਐਨਾਲਿਸਿਸ ਕੀਤੀ, ਸਵਾਧਿਆਇ ਕੀਤਾ, ਆਪਣੀ ਖੋਜ ਕੀਤੀ, ਆਪਣੇ ਮਨ ਨੂੰ ਪਰਖਿਆ। ਬੰਦੇ ਖੋਜ ਦਿਲ ਹਰ ਰੋਜ਼। ਜਦੋਂ ਆਪਣੇ ਅੰਦਰ ਪਰਖ ਕੀਤੀ, ਆਪਣੇ ਅੰਦਰ ਦਾ ਮਤਲਬ ਆਪਣੀ ਸੋਚ, ਮੈਂਟੈਲਿਟੀ, ਕਿ ਮੇਰੀ ਸੋਚ ਕੈਸੀ ਹੈ, ਮੈਂ ਮਾਨਸਿਕ ਤੌਰ ਤੇ ਕਿੱਥੇ ਖੜਾ ਹਾਂ, ਮੇਰੀ ਸੋਚ ਦੇ ਅੰਦਰ ਕਿਹੜੀਆਂ ਕਿਹੜੀਆਂ ਕਮੀਆਂ ਔਰ ਦੋਸ਼ ਨੇ, ਔਰ ਮੇਰੇ ਅੰਦਰ ਕਿਹੜੇ ਕਿਹੜੇ ਗੁਣ ਨੇ। ਜਦੋਂ ਬੰਦਾ ਆਪਣੀ ਭਾਲ ਕਰਦਾ ਨਾ ਸੋਚ ਦੀ, ਕਿ ਮਾਨਸਿਕ ਤੌਰ ਤੇ, ਬੌਧਿਕ ਤੌਰ ਤੇ ਮੈਂ ਕਿੱਥੇ ਖੜਾ ਔਰ ਮੈਂ ਕਿੱਥੇ ਜਾਣਾ ਹੈ, ਮੇਰੇ ਅੰਦਰ ਕਿਹੜੀ ਕਿਹੜੀ ਪੋਸੀਬਿਲਿਟੀਜ਼ ਨੇ, ਚਾਰੇ ਕੁੰਡਾਂ ਦੇਖ ਕੇ ਬਾਹਰ ਨੂੰ ਛੱਡ ਕੇ ਭਟਕਣ ਨੂੰ ਅੰਦਰ ਭਾਲਿਆ, ਜਿਨ੍ਹਾਂ ਨੇ ਆਪਣੇ ਅੰਦਰ ਦੀ ਖੋਜ ਕੀਤੀ। ਸੱਚੇ ਪੁਰਖ ਅਲਖ ਸਿਰਜ ਨਿਹਾਲਿਆ। ਇੱਥੇ ਜੇ ਤੇ ਅਲਖ ਦਾ ਖੱਖਾ ਹੁੰਦਾ ਨਾ, ਮੁਕਤਾ, ਫਿਰ ਉਹਦਾ ਅਰਥ ਹੋਣਾ ਸੀ ਕਰਤਾ ਕਾਰਕ ਇੱਕ ਵਚਨੀ ਸ਼ਬਦ ਹੋਣਾ ਸੀ। ਪੁਰਖ ਸ਼ਬਦ ਦੇ ਖੱਖੇ ਥੱਲੇ ਔਂਕੜ ਹੁੰਦਾ, ਫਿਰ ਉਹ ਇੱਕ ਵਚਨੀ ਸ਼ਬਦ ਹੋਣਾ ਸੀ। ਹੁਣ ਇੱਥੇ ਸਿਹਾਰੀ ਲੱਗਣ ਕਰਕੇ ਇਹਦਾ ਅਰਥ ਬਣ ਗਿਆ ਹੈ ਪੁਰਖ ਨੇ, ਅਲਖ ਨੇ। ਸਿਰਜ ਦਾ ਮਤਲਬ ਸਿਰਜ ਕੇ, ਨਿਹਾਲਿਆ ਦਾ ਮਤਲਬ ਵੇਖ ਲਿਆ। ਨਿਹਾਲਿਆ ਦਾ ਮਤਲਬ ਵੇਖ ਲਿਆ। ਜਦੋਂ ਆਪਣੇ ਅੰਦਰ ਦੀ ਭਾਲ ਕੀਤੀ ਤਾਂ ਉਹਨੂੰ ਫਿਰ ਦਿਸ ਪੈਂਦਾ ਹੈ ਕਿ ਸੱਚੇ ਅਲਖ ਅਕਾਲ ਪੁਰਖ ਨੇ ਪੈਦਾ ਕਰਕੇ ਆਪ ਜਗਤ ਦੀ ਸੰਭਾਲ ਕੀਤੀ ਹੈ, ਔਰ ਆਪ ਹੀ ਮੇਰੇ ਅੰਦਰ ਵਸ ਰਿਹਾ ਹੈ, ਮੈਂ ਉਹਦੇ ਤੋਂ ਵੱਖਰਾ ਨਹੀਂ ਹਾਂ। ਫਿਰ ਜਿਹੜਾ ਉਹ ਅਲਖ ਹੈ ਦਿਸ ਪੈਂਦਾ, ਔਰ ਅੰਦਰ ਦਿਸਦਾ ਕੀ ਹੈ, ਇਹਨਾਂ ਅੱਖਾਂ ਨਾਲ ਨਹੀਂ ਕਿ ਸਾਹਮਣੇ ਕੋਈ ਰੂਪ ਬਣ ਕੇ, ਯਾਨੀ ਸਾਡੀ ਸੋਚ ਦੇ ਅੰਦਰ ਉਹ ਚੀਜ਼ ਆ ਜਾਂਦੀ ਹੈ, ਤਜਰਬੇ ਦੇ ਅੰਦਰ ਆ ਜਾਂਦੀ ਹੈ, ਔਰ ਸਾਨੂੰ ਸਮਝ ਪੈ ਜਾਂਦੀ ਹੈ ਕਿ ਇਹ ਜੋ ਰੱਬੀ ਗੁਣ ਨੇ ਮੇਰੇ ਅੰਦਰ, ਇਹੀ ਉਹ ਰੱਬ ਹੈ। ਮੇਰਾ ਆਪਣਾ ਆਪਾ ਹੀ ਰੱਬ ਹੈ। ਮੈਂ ਆਪਣੇ ਆਪ ਤੋਂ, ਰੱਬ ਦੇ ਨਾਲੋਂ ਮੇਰਾ ਆਪਣਾ ਆਪਾ ਵੱਖਰਾ ਨਹੀਂ ਹੈ। ਫਿਰ ਉਹਨੂੰ ਸਮਝ ਪੈ ਜਾਂਦੀ ਹੈ, ਤੋ ਹੀ ਮੋਹੀ ਮੋਹੀ ਤੋ ਹੀ ਅੰਤਰ ਕੈਸਾ, ਕਿ ਮੈਂ ਹੀ ਰੱਬ ਹੋ ਸਕਦਾ ਹਾਂ, ਕਿਉਂਕਿ ਮੇਰੇ ਅੰਦਰ ਉਹ ਕੁਆਲਿਟੀਜ਼ ਨੇ। ਮਨ ਤੂੰ ਜੋਤ ਸਰੂਪ ਹੈ। ਰੱਬ ਦੇ ਅੰਦਰ ਗੁਣ ਨੇ ਨਾ, ਸੱਚਾਈ, ਨਿਰਭੈਤਾ, ਨਿਰਵੈਰਤਾ, ਅਜੂਨੀ, ਸਹਿਬਨ, ਇਹ ਸਾਰੇ ਗੁਣ ਨੇ, ਔਰ ਇਹ ਸਾਰੇ ਦੇ ਸਾਰੇ ਗੁਣ ਸਾਡੇ ਵਿੱਚ ਵੀ ਮੌਜੂਦ ਨੇ। ਅਸੀਂ ਇਹਨਾਂ ਗੁਣਾਂ ਨੂੰ ਆਪਣੇ ਅੰਦਰੋਂ ਪ੍ਰਗਟ ਕਰ ਸਕਦੇ ਹਾਂ, ਇਹਨਾਂ ਗੁਣਾਂ ਦੇ ਅੰਦਰ ਆਪਣੀ ਸੋਚ ਨੂੰ ਲੀਨ ਕਰ ਸਕਦੇ ਹਾਂ। ਤੇ ਜਿਹੜਾ ਸੋਚ ਨੂੰ ਗੁਣਾਂ ਦੇ ਅੰਦਰ ਲੀਨ ਕਰ ਦਿੰਦਾ, ਉਹ ਗੁਣਾਂ ਦੇ ਵਿੱਚ ਹੀ ਸਮਾ ਜਾਂਦਾ ਹੈ। ਗੁਣ ਕਹੇ ਗੁਣੀ ਸਮਾਵਣਿਆ, ਉਹ ਗੁਣਾਂ ਦੇ ਭੰਡਾਰ ਪ੍ਰਭੂ ਵਿੱਚ ਸਮਾ ਜਾਂਦਾ ਹੈ, ਤਾਂ ਫਿਰ ਅੰਦਰ ਹੀ ਉਹ ਦਿਸ ਪਿਆ। ਉੱਜੜ ਭੁੱਲੇ ਰਾਹ ਗੁਰ ਵੇਖਾਲਿਆ। ਗੁਰ ਦਾ ਮਤਲਬ ਗੁਰੂ ਨੇ। ਉੱਜੜ ਦੇ ਡਾੜੇ ਨਾਲ ਸਿਹਾਰੀ ਆਉਣ ਕਰਕੇ ਔਜੜ ਵਿੱਚ, ਕੁਰਾਹ ਦੇ ਵਿੱਚ, ਪੁੱਠੇ ਰਾਹ ਤੇ ਕੁਰਾਹੇ ਭਟਕ ਰਹੇ ਮਨੁੱਖ ਨੂੰ ਗੁਰੂ ਨੇ ਰਸਤਾ ਦਿਖਾਇਆ। ਹੁਣ ਇਹ ਨਾ ਕੁਰਾਹ ਕੀ ਹੈ, ਪੁੱਠਾ ਰਾਹ ਕੀ ਹੈ, ਕਿ ਅਸੀਂ ਈਰਖਾ ਦੁਐਸ਼ ਦੇ ਵਿੱਚ ਖਚਤ ਹਾਂ। ਅਸੀਂ ਪਾਪ ਕਰਮ ਕਰਕੇ ਤੀਰਥਾਂ ਤੇ ਨਹਾ ਕੇ ਤੇ ਇਹ ਕਰਮ ਕਾਂਡ ਕਰਕੇ ਆਪਾਂ ਸੁਖ ਪਾਲਣ ਦਾ ਯਤਨ ਕਰ ਰਹੇ ਹਾਂ। ਸਾਡੇ ਅੰਦਰ ਇੱਕ ਸੋਚ ਹੈ ਕਿ ਬਿਨਾਂ ਕੁਝ ਕਰਨ ਤੋਂ ਹੀ ਸੁਖ ਮਿਲ ਜਾਏ, ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆਵੇ ਹੀ ਨਾ ਤੇ ਮੇਰੇ ਸੁੱਖ ਹੀ ਸੁੱਖ ਮਿਲ ਜਾਣ, ਲੇਕਿਨ ਅਸੀਂ ਆਪਣੇ ਸੁਭਾਅ ਨੂੰ ਨਾ ਬਦਲੀਏ। ਇਹ ਪੁੱਠਾ ਰਾਹ ਹੈ। ਜਦੋਂ ਤੱਕ ਅਸੀਂ ਆਪਣੇ ਸੁਭਾਅ ਨੂੰ ਨਹੀਂ ਬਦਲਦੇ, ਸੋਚ ਨਹੀਂ ਬਦਲਦੇ, ਬੋਲ ਬਾਣੀ ਨਹੀਂ ਬਦਲਦੇ, ਵਿਹਾਰ ਨਹੀਂ ਬਦਲਦੇ,
ਸੱਚ ਦੇ ਰਾਹ ਤੇ ਨਹੀਂ ਤੁਰਦੇ, ਉਦੋਂ ਤੱਕ ਸਾਡੀ ਜ਼ਿੰਦਗੀ ਦੇ ਅੰਦਰ ਸੁੱਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਆ ਨਹੀਂ ਸਕਦੀ। ਤੇ ਜੇ ਬੰਦਾ ਕੋਈ ਇਹ ਕਹੇ ਕਿ ਮੈਂ ਸੋਚ ਤੇ ਨਹੀਂ ਬਦਲਣੀ, ਕੰਮ ਤੇ ਕਰਨੇ ਨੇ ਮੈਂ ਪੁੱਠੇ, ਪਾਪ ਕਰਮ, ਈਰਖਾ, ਦਵੇਸ਼, ਵੈਰ ਵਿਰੋਧ ਕਰਨੀ ਹੈ, ਜ਼ਿੰਦਗੀ ਤੇ ਮੈਂ ਐਵੇਂ ਹੀ ਜੀਣੀ ਹੈ, ਲੇਕਿਨ ਮੈਂ ਤੇ ਤੀਰਥਾਂ ਤੇ ਨਹਾ ਕੇ ਹੀ ਸੁੱਖ ਪਾਵਾਂਗਾ, ਇਹਨੂੰ ਕਹਿੰਦੇ ਨੇ ਉੱਜੜ ਰਾਹ, ਇਹਨੂੰ ਕਹਿੰਦੇ ਨੇ ਪੁੱਠਾ ਰਾਹ। ਇਹ ਭਟਕਿਆ ਹੋਇਆ ਮਨ ਹੈ, ਇਹ ਭਟਕਿਆ ਹੋਇਆ ਰਾਸਤਾ ਹੈ। ਤਾਂ ਇਸ ਤਰ੍ਹਾਂ ਭਟਕਦੇ ਹੋਏ ਮਨੁੱਖ ਨੂੰ ਗੁਰੂ ਨੇ ਰਾਹ ਵਿਖਾਇਆ ਹੈ। ਗੁਰੂ ਨੇ ਦੱਸਿਆ ਹੈ ਕਿ ਪਿਆਰਿਆ, ਇਹ ਕਰਮਕਾਂਡ ਬੇਕਾਰ ਦੇ ਵਿਅਰਥ ਕਰਮ ਨੇ, ਅਸਲੀ ਰਾਸਤਾ ਹੈ ਰੱਬੀ ਰਜ਼ਾ ਦੇ ਅੰਦਰ ਤੁਰਨਾ, ਗੁਣਾਂ ਦੀ ਧਾਰ ਨਹੀਂ ਹੋਣਾ। ਸਤਿਗੁਰ ਸੱਚੇ ਵਾਹ, ਸੱਚ ਸੰਭਾਲਿਆ। ਵਾਹ ਦਾ ਮਤਲਬ ਸ਼ਾਬਾਸ਼, ਧੰਨਵਾਦ, ਸ਼ੁਕਰਾਨਾ। ਸਤਿਗੁਰ ਵਾਹ ਦਾ ਮਤਲਬ ਗੁਰੂ ਨੂੰ ਸ਼ਾਬਾਸ਼, ਗੁਰੂ ਦਾ ਧੰਨਵਾਦ। ਸੱਚੇ ਸਤਿਗੁਰ ਨੂੰ ਸ਼ਾਬਾਸ਼, ਸੱਚੇ ਸਤਿਗੁਰ ਦਾ ਧੰਨਵਾਦ, ਜਿਸ ਦੀ ਬਰਕਤ ਨਾਲ ਸੱਚ ਸੰਭਾਲਿਆ ਦਾ ਮਤਲਬ ਸੱਚ ਨੂੰ ਸੰਭਾਲੀਦਾ, ਸੱਚ ਨੂੰ ਮਿਲੀਦਾ, ਸੱਚ ਨੂੰ ਯਾਦ ਕਰੀਦਾ, ਸੱਚ ਦੇ ਅੰਦਰ ਸੁਰਤ ਸਮਾ ਜਾਂਦੀ ਹੈ, ਸੱਚ ਸਾਡੇ ਅੰਦਰ ਆਵਸਤ ਹੈ। ਸ਼ਾਬਾਸ਼ ਗੁਰੂ ਦੇ, ਧੰਨਵਾਦ ਗੁਰੂ ਦਾ, ਕਿਉਂਕਿ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਹੀ ਅਸੀਂ ਸੱਚ ਦੇ ਨਾਲ ਜੁੜ ਸਕਦੇ ਹਾਂ। ਇਸ ਲਈ ਵਾਹ ਦਾ ਮਤਲਬ ਇੱਥੇ ਹੈ ਧੰਨਵਾਦ। ਵਾਹ ਦਾ ਮਤਲਬ ਅਚਰਜ ਵੀ ਹੁੰਦਾ ਹੈ, ਇੱਥੇ ਵਾਹ ਦਾ ਮਤਲਬ ਧੰਨਵਾਦ, ਸ਼ਾਬਾਸ਼। ਗੁਰੂ ਦਾ ਧੰਨਵਾਦ ਕਰਨਾ, ਗੁਰੂ ਦੀ ਸ਼ਰਨ ਦੇ ਵਿੱਚ ਆਉਣਾ, ਗੁਰੂ ਦੇ ਦੱਸੇ ਰਾਹ ਤੇ ਤੁਰਨਾ, ਇਹੀ ਇੱਕ ਰਾਸਤਾ ਹੈ। ਇਸ ਰਾਹੀਂ ਹੀ ਅਸੀਂ ਸੱਚ ਦੇ ਉੱਤੇ ਤੁਰ ਸਕਦੇ ਹਾਂ। ਬਾਕੀ ਸਾਡੇ ਵਾਸਤੇ ਭਟਕਣਾ ਪੈਦਾ ਹੋਏਗੀ। ਸਾਡੀ ਭੁੱਲ ਕਿੱਥੇ ਰਹੀ? ਆਮ ਬੰਦੇ ਦੀ ਭੁੱਲ ਇਹ ਰਹੀ ਕਿ ਅਸੀਂ ਗੁਰੂ ਦੀ ਬਜਾਏ ਕਿਸੇ ਮਨੁੱਖ ਨੂੰ ਫੋਲੋ ਕੀਤਾ, ਧਾਰਮਿਕ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਦਿੱਤਾ। ਬਾਣੀ ਅਸੀਂ ਪੜ੍ਹੀ, ਬਾਣੀ ਵਿਚਾਰੀ ਜ਼ਰੂਰ, ਲੇਕਿਨ ਗੱਲ ਅਸੀਂ ਕਿਸੇ ਬਾਬੇ ਦੀ ਮੰਨੀ, ਜਿਵੇਂ ਬਾਬੇ ਨੇ ਕਿਹਾ ਉਵੇਂ ਕੀਤਾ। ਨਰਕ ਸੁਰਗ ਜਾਂ ਜਿੰਨੇ ਵੀ ਸਾਡੇ ਮਨਾਂ ਦੇ ਵਿੱਚ ਵਹਿਮ ਪਏ ਨੇ, ਇਹ ਕਿਸੇ ਨਾ ਕਿਸੇ ਦੇ ਪਾਏ ਹੋਏ ਨੇ। ਗੁਰੂ ਦੀ ਪਾਵਨ ਬਾਣੀ ਵਿੱਚ ਇਹਨਾਂ ਵਾਸਤੇ ਕੋਈ ਥਾਂ ਨਹੀਂ ਹੈ। ਹੁਣ ਜਦੋਂ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇ ਰਾਹ ਤੇ ਤੁਰ ਪਏ, ਪ੍ਰੋਬਲਮ ਕ੍ਰੀਏਟ ਹੋ ਗਈ। ਗੱਲ ਜੋਤਸ਼ੀ ਦੀ ਮੰਨ ਲਈ ਤਾਂ ਸਾਨੂੰ ਉਹਨੇ ਰਾਸਤੇ ਤੋਂ ਭਟਕਾ ਦਿੱਤਾ। ਗੱਲ ਕਿਸੇ ਬਾਬੇ ਦੀ ਮੰਨ ਲਈ, ਉਹਨੇ ਜੋਤ ਕੁਮ ਨਾਰੀਅਲ ਹੱਥ 'ਚ ਫੜਾ ਦਿੱਤਾ। ਦੂਜੇ ਬਾਬੇ ਦੇ ਡੇਰੇ ਤੇ ਗਏ, ਉਹਨੇ ਕਿਹਾ ਬੂੰਦੀ ਚੜਾਇਆ ਕਰ ਮੰਗਲਵਾਰ ਵਾਲੇ ਦਿਨ। ਯਾਨੀ ਇਹ ਚੱਕਰ ਪੈ ਗਿਆ ਨਾ ਲੰਮਾ। ਇਸ ਲਈ ਗੁਰੂ ਜੀ ਕਹਿੰਦੇ ਨੇ ਗੁਰੂ ਦਾ ਸ਼ਾਬਾਸ਼, ਗੁਰੂ ਦਾ ਧੰਨਵਾਦ ਕਰੋ, ਗੁਰੂ ਦੇ ਦੱਸੇ ਰਾਹ ਤੇ ਤੁਰੋ, ਕਿਉਂਕਿ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਹੀ ਸੱਚ ਦੇ ਨਾਲ ਜੁੜਿਆ ਜਾ ਸਕਦਾ ਹੈ। ਪਾਇਆ ਰਤਨ ਘਰਾਂ ਦੀਵਾ ਬਾਲਿਆ, ਇਹਨੂੰ ਘਰਾਹੋ ਨਹੀਂ ਪੜਨਾ, ਘਰਾਂ, ਘਰਾਂ ਦਾ ਮਤਲਬ ਘਰੋਂ ਹੀ। ਪਾਇਆ ਰਤਨ ਘਰਾਂ, ਰਤਨ ਦਾ ਮਤਲਬ ਕੀਮਤੀ ਪਦਾਰਥ, ਕੀਮਤੀ ਜੀਵਨ, ਗਿਆਨ। ਦੀਵਾ ਬਾਲਿਆ ਦਾ ਮਤਲਬ ਗੁਰੂ ਨੇ ਜਦੋਂ ਦੀਵਾ ਜਗਾਇਆ ਨਾ ਗਿਆਨ ਦਾ ਅੰਦਰ, ਤਾਂ ਅੰਦਰੋਂ ਘਰੋਂ ਹੀ ਰਤਨ ਲੱਭ ਪਿਆ। ਰਤਨ ਦਾ ਮਤਲਬ ਕੀਮਤੀ ਜੀਵਨ, ਕੀਮਤੀ ਸੋਚ। ਹੋਰ ਅੰਦਰ ਰਤਨ ਕੋਈ ਪੱਥਰ ਦਾ ਨਹੀਂ ਪਿਆ, ਸੋਚ ਹੀ ਹੈ ਨਾ ਕੀਮਤੀ। ਕਿਸੇ ਦੀ ਸੋਚ ਘਟੀਆ ਹੈ ਤੇ ਕਿਸੇ ਦੀ ਸੋਚ ਜਿਹੜੀ ਬੜੀ ਕੀਮਤੀ ਹੈ। ਤੇ ਉਹ ਕੀਮਤੀ ਜਿਹੜੇ ਗੁਣ ਨੇ ਨਾ, ਕੀਮਤੀ ਗੁਣ, ਇਹ ਆਪਾਂ ਰੋਜ਼ ਵਿਚਾਰ ਕਰ ਰਹੇ ਹਾਂ ਕਿ ਹਰ ਇਨਸਾਨ ਦੇ ਅੰਦਰ ਮੌਜੂਦ ਨੇ। ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ, ਹੋਰਨਾਂ ਲੋਕਾਂ ਵਿੱਚ ਵੀ, ਹਿੰਦੂ, ਮੁਸਲਮਾਨ, ਸਿੱਖ, ਈਸਾਈਆਂ, ਸਾਰਿਆਂ ਦੇ ਅੰਦਰ ਕੀਮਤੀ ਰਤਨ ਮੌਜੂਦ ਨੇ। ਲੇਕਿਨ ਬੰਦਾ ਅਣਜਾਣ ਹੈ ਇਸ ਚੀਜ਼ ਤੋਂ, ਜਾਂ ਕੁਝ ਲੋਕ ਜਾਣ ਬੁੱਝ ਕੇ ਅਣਜਾਣ ਬਣੇ ਹੋਏ ਨੇ, ਜਾਣ ਬੁੱਝ ਕੇ ਅੰਦਰਲੇ ਗੁਣਾਂ ਦੀ ਵਰਤੋਂ ਨਹੀਂ ਕਰ ਰਹੇ। ਸੱਚ ਤੇ ਹੈ ਪਰ ਸੱਚ ਬੋਲ ਨਹੀਂ ਰਹੇ। ਸੁੱਖ ਅੰਦਰ ਸੀ, ਉੱਚੀ ਸੋਚ ਅੰਦਰ ਸੀ, ਪਰ ਅਸੀਂ ਉਹਨੂੰ ਪਾ ਨਹੀਂ ਸਾ ਰਹੇ। ਤਾਂ ਜਦੋਂ ਗੁਰੂ ਨੇ ਗਿਆਨ ਦਾ ਦੀਵਾ ਜਗਾਇਆ ਤਾਂ ਅੰਦਰੋਂ ਹੀ ਰਤਨ ਲੱਭ ਗਿਆ। ਉਸ ਰਤਨ ਨੂੰ ਰੱਬ ਕਹਿ ਲਓ, ਉਸ ਰਤਨ ਨੂੰ ਰੱਬੀ ਗੁਣ ਕਹਿ ਲਓ, ਉਹਨੂੰ ਆਤਮਿਕ ਜੀਵਨ ਕਹਿ ਲਓ, ਜਾਂ ਉਸ ਨੂੰ ਮਹਾਨ ਸੋਚ ਕਹਿ ਲਓ। ਕਿਉਂਕਿ ਰੱਬ ਵੀ ਮਿਲੇਗਾ ਤੇ ਮਹਾਨ ਸੋਚ ਹੀ ਮਿਲਣੀ ਹੈ। ਰੱਬ ਅੰਦਰੋਂ ਪ੍ਰਗਟ ਹੋਏਗਾ ਤੇ ਗੁਣ ਹੀ ਪ੍ਰਗਟ ਹੋਣੇ ਨੇ।
ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਮਨੁੱਖ ਦੇ ਅੰਦਰ ਗੁਰੂ ਨੇ ਗਿਆਨ ਦਾ ਦੀਵਾ ਜਗਾ ਦਿੱਤਾ, ਜਿਸ ਨੂੰ ਕਾਮਨ ਸੈਂਸ ਮਿਲ ਗਈ, ਵਿਵੇਕ ਬੁੱਧ ਮਿਲ ਗਈ, ਉਹਨੇ ਆਪਣੇ ਹੀ ਅੰਦਰੋਂ ਉੱਚਾ ਆਤਮਿਕ ਜੀਵਨ ਲੱਭ ਲਿਆ। ਸੱਚੇ ਸ਼ਬਦ ਸਲਾਹ ਸੁਖੀਏ ਸੱਚ ਵਾਲਿਆ। ਸੱਚੇ ਸ਼ਬਦ ਦਾ ਮਤਲਬ ਸੱਚੇ ਦੇ ਸ਼ਬਦ ਰਾਹੀਂ, ਗੁਰੂ ਦੀ ਸ਼ਰਨ ਆ ਕੇ, ਸੱਚੇ ਸ਼ਬਦ ਦੀ ਰਾਹੀਂ, ਸਲਾਹ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ ਕਰਕੇ, ਗੁਣ ਗਾ ਕੇ, ਗੁਣਾਂ ਦੇ ਧਾਰਨੀ ਹੋ ਕੇ। ਹੁਣ ਸੱਚੇ ਸ਼ਬਦ ਦਾ ਮਤਲਬ, ਜੇ ਅਸੀਂ ਬਾਣੀ ਦੇ ਵਿੱਚੋਂ ਲਈਏ ਸ਼ਬਦ, ਤੇ ਕਿਹੜਾ ਸ਼ਬਦ ਸੱਚਾ ਹੈ ਜਾਂ ਸ਼ਬਦ ਕਿਹੜਾ ਹੈ, ਤਾਂ ਸਾਰੀ ਬਾਣੀ ਹੀ ਸ਼ਬਦ ਹੈ। ਇੱਕ ਓੰਕਾਰ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਗਰ ਬਾਣੀ ਹੀ ਸ਼ਬਦ ਹੈ। ਸ਼ਬਦ ਦਾ ਮਤਲਬ ਉਪਦੇਸ਼, ਸ਼ਬਦ ਦਾ ਮਤਲਬ ਗੁਰੂ ਦਾ ਦਿੱਤਾ ਵੇ ਆਫ ਲਾਈਫ, ਸ਼ਬਦ ਦਾ ਮਤਲਬ ਗੁਰੂ ਦੇ ਸਿਧਾਂਤ, ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ, ਗੁਰੂ ਦੀ ਸੋਚ। ਤਾਂ ਜੋ ਗੁਰੂ ਦਾ ਸੱਚਾ ਗਿਆਨ ਹੈ, ਗੁਰੂ ਦੀ ਸੱਚਾ ਉਪਦੇਸ਼ ਹੈ, ਉਸ ਰਾਹੀਂ ਰੱਬ ਦੀ ਸਿਫਤ ਸਲਾਹ ਕਰਕੇ, ਰੱਬੀ ਗੁਣਾਂ ਦੇ ਧਾਰਨੀ ਬਣ ਕੇ ਸੁਖੀਏ, ਉਹ ਬੰਦੇ ਸੁਖੀ ਹੋ ਗਏ। ਯਾਨੀ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਜਦੋਂ ਅਸੀਂ ਗੁਣਾਂ ਦੇ ਧਾਰਨੀ ਹੋਵਾਂਗੇ ਤਾਂ ਅਸੀਂ ਸੁਖੀ ਹੋ ਜਾਵਾਂਗੇ। ਉਹ ਲੋਕ ਸੁਖੀ ਹੋ ਗਏ ਮਨ ਬਚਨ ਕਰਮ ਕਰਕੇ। ਤੇ ਸੱਚ ਵਾਲਿਆਂ ਦਾ ਮਤਲਬ ਉਹ ਸੱਚ ਵਾਲੇ ਬਣ ਗਏ, ਖਸਮ ਵਾਲੇ ਹੋ ਗਏ, ਉਹ ਸੱਚ ਦੇ ਦਾਸ ਹੋ ਗਏ, ਉਹ ਸੱਚ ਦੀ ਸ਼ਰਨ ਵਿੱਚ ਆ ਗਏ, ਸੱਚ ਉਹਨਾਂ ਦੇ ਹਿਰਦੇ ਵਿੱਚ ਵਸ ਗਿਆ, ਉਹ ਸੱਚ ਵਾਲੇ ਹੋ ਗਏ, ਸੱਚੇ ਹੋ ਗਏ। ਨਿਡਰਿਆਂ ਡਰ ਲੱਗ ਗਰਭ ਸੇ ਗਾਲਿਆ। ਇਹਨੂੰ ਨਿਡਰਿਆ ਨਹੀਂ ਪੜਨਾ। ਜੇ ਨਿਡਰਿਆ ਪੜਾਂਗੇ ਤੇ ਫਿਰ ਸਿੰਗੂਲਰ ਸ਼ਬਦ ਹੋ ਜਾਏਗਾ, ਇੱਕ ਵਚਨੀ, ਔਰ ਸੰਬੋਧਨ ਵਾਚਕ ਹੋ ਜਾਏਗਾ, ਜਿਵੇਂ ਨਿਡਰਿਆ ਜਾਂ ਵੀਰਾ। ਹੁਣ ਜੇ ਅਸੀਂ ਬੋਲੀਏ ਨਾ ਵੀਰਾ ਤੇ ਵੀਰਾਂ, ਫਰਕ ਪੈ ਜਾਏਗਾ ਨਾ। ਇਵੇਂ ਨਿਡਰਿਆਂ ਇਹ ਬਹੁਵਚਨੀ ਸ਼ਬਦ ਹੈ। ਨਿਡਰਿਆਂ ਡਰ ਲੱਗ, ਨਿਡਰਿਆਂ ਦਾ ਮਤਲਬ ਜਿਨ੍ਹਾਂ ਨੂੰ ਡਰ ਨਹੀਂ, ਉਹਨਾਂ ਨੂੰ ਡਰ ਲੱਗਦਾ ਹੈ। ਤੇ ਨਿਡਰੇ ਕਾਹਦੇ ਨੇ? ਜਿਹੜੇ ਰੱਬ ਤੋਂ ਨਹੀਂ ਡਰ ਰਹੇ, ਜਿਨ੍ਹਾਂ ਦੇ ਅੰਦਰ ਰੱਬ ਦਾ ਡਰ ਨਹੀਂ। ਡਰ ਦਾ ਮਤਲਬ ਅਦਬ ਸਤਕਾਰ। ਜਿਨ੍ਹਾਂ ਲੋਕਾਂ ਦੇ ਅੰਦਰ ਰੱਬ ਦਾ ਡਰ ਨਹੀਂ, ਰੱਬ ਦਾ ਅਦਬ ਨਹੀਂ, ਸਤਕਾਰ ਨਹੀਂ, ਡਰ ਲੱਗ, ਉਹਨਾਂ ਨੂੰ ਫਿਰ ਦੁਨੀਆ ਦਾ ਡਰ ਲੱਗਦਾ। ਉਹਨਾਂ ਨੂੰ ਹੋਰ ਡਰ ਮਾਰਦੇ ਨੇ, ਉਹਨਾਂ ਨੂੰ ਫਿਰ ਦੁੱਖਾਂ ਤੋਂ ਡਰਨਾ ਪੈਂਦਾ ਹੈ, ਕਾਮ ਕ੍ਰੋਧ ਤੋਂ ਡਰਨਾ ਪੈਂਦਾ ਹੈ। ਉਹਨਾਂ ਨੂੰ ਇਹ ਬਹੁਤ ਸਾਰੇ ਡਰ ਔਰ ਚਿੰਤਾਵਾਂ ਆ ਕੇ ਘੇਰ ਲੈਂਦੇ, ਜਿਨ੍ਹਾਂ ਦੇ ਅੰਦਰ ਰੱਬ ਦਾ ਡਰ ਨਹੀਂ। ਯਾਨੀ ਜਿਹਨਾਂ ਦੇ ਅੰਦਰ ਸੱਚ ਦਾ ਡਰ ਨਹੀਂ ਨਾ, ਸੱਚ ਤੋਂ ਜਿਹੜੇ ਨਹੀਂ ਡਰਦੇ, ਵੀ ਨਾ ਵੀ ਸੱਚ ਬੋਲਾਂਗੇ ਤੇ ਕੀ ਹੋ ਜਾਏਗਾ। ਜਿਨ੍ਹਾਂ ਦੇ ਅੰਦਰ ਅਦਬ ਨਹੀਂ, ਉਹਨਾਂ ਨੂੰ ਫਿਰ ਬਾਕੀ ਦੇ ਡਰ ਆ ਘੇਰਦੇ ਨੇ, ਮਾਨਸਿਕ ਰੋਗ ਆ ਘੇਰਦੇ ਨੇ, ਉਹਨਾਂ ਦੇ ਅੰਦਰ ਹੋਰ ਸਾਰੇ ਬਹੁਤ ਸਾਰੇ ਸਹਿਮ ਪੈਦਾ ਹੋ ਜਾਂਦੇ ਨੇ। ਹੁਣ ਜਿਵੇਂ ਬੱਸ ਦੇ ਵਿੱਚ ਜਾ ਰਹੇ ਹੋਈਏ ਨਾ, ਤੇ ਜੇ ਉੱਥੇ ਚੈਕਰ ਚੜ ਜਾਏ ਤੇ ਹੁਣ ਉੱਥੇ ਡਰ ਕਿਹਨੂੰ ਲੱਗੇਗਾ? ਬੱਸ ਦੇ ਵਿੱਚ ਬੈਠੇ ਆ ਜਾਂ ਟ੍ਰੇਨ ਵਿੱਚ ਆ, ਤੇ ਜੇ ਟਿਕਟ ਚੈਕਰ ਆ ਜਾਏ ਤੇ ਡਰ ਕਿਹਨੂੰ ਲੱਗੇਗਾ? ਉਹਨੂੰ ਹੀ ਲੱਗੇਗਾ ਨਾ ਜਿਸ ਦੇ ਕੋਲ ਟਿਕਟ ਨਹੀਂ ਹੈ। ਉਹ ਫਿਰ ਇੱਧਰ ਉੱਧਰ ਵੇਖੇਗਾ, ਇੱਧਰ ਉੱਧਰ ਝਾਕੇਗਾ, ਉਹਦੀਆਂ ਅੱਖਾਂ ਹੇਠਾਂ ਤਾਂ ਹੋਣਗੀਆਂ। ਕਿਉਂ? ਦੂਜੇ ਕਿਉਂ ਨਹੀਂ ਡਰ ਰਹੇ? ਉਹਨੂੰ ਪਤਾ ਹੈ ਕਿ ਮੈਂ ਹੇਰਾਫੇਰੀ ਕੀਤੀ ਹੈ। ਹੁਣ ਡਰ ਉਹਦੇ ਅੰਦਰ ਹੈ। ਜਿਹੜਾ ਸੱਚ ਦੇ ਰਾਹ ਤੇ ਤੁਰ ਰਿਹਾ, ਫਿਰ ਉਹਨੂੰ ਇਹੋ ਜਿਹਾ ਡਰ ਨਹੀਂ ਹੁੰਦਾ। ਗੁਰੂ ਜੀ ਦਾ ਪਾਵਨ ਬਚਨ ਨਾ, ਸੋ ਡਰੇ ਜੇ ਪਾਪ ਕਮਾਉਂਦਾ ਧਰਮੀ ਵਿਕਸੀਤ। ਤਾਂ ਜਿਨ੍ਹਾਂ ਦੇ ਅੰਦਰ ਰੱਬ ਦਾ ਡਰ ਨਹੀਂ, ਯਾਨੀ ਜੋ ਰੱਬ ਦਾ ਭੈ ਅਦਬ ਨਹੀਂ ਮੰਨਦੇ, ਉਹਨਾਂ ਨੂੰ ਦੁਨੀਆ ਦੇ ਡਰ ਲੱਗਦੇ ਨੇ। ਗਰਭ ਸੇ ਗਾਲਿਆ, ਸੇ ਦਾ ਮਤਲਬ ਉਹ ਲੋਕ, ਗਰਭ ਦਾ ਮਤਲਬ ਗਰਭ ਵਿੱਚ, ਹੰਕਾਰ ਵਿੱਚ। ਉਹ ਲੋਕ ਆਪਣੇ ਹੰਕਾਰ ਦੇ ਅੰਦਰ ਗਲਦੇ ਰਹਿੰਦੇ ਨੇ। ਉਹਨਾਂ ਦੇ ਜਿਹੜੇ, ਇਹ ਨਹੀਂ ਕਿ ਉਹਨਾਂ ਦਾ ਸਰੀਰ ਗਲ ਜਾਂਦਾ ਤੇ ਉਹਨਾਂ ਨੂੰ ਫੋੜੇ ਨਿਕਲ ਪੈਂਦੇ ਨੇ, ਉਹਨਾਂ ਦੇ ਗੁਣ ਗਲ ਜਾਂਦੇ ਨੇ। ਹਰ ਬਿਸਤਰ ਤੇਰੇ ਗੁਣ ਗਲਿਆ, ਗੁਣ ਗਲ ਜਾਂਦੇ ਨੇ, ਗੁਣ ਖਤਮ ਹੋ ਜਾਂਦੇ ਨੇ, ਸ਼ਾਂਤੀ ਖਤਮ ਹੋ ਜਾਂਦੀ ਹੈ। ਅੰਦਰੇ ਅੰਦਰ ਉਹ ਮਰਦੇ ਰਹਿੰਦੇ ਨੇ, ਅੰਦਰੇ ਅੰਦਰ ਉਹਨਾਂ ਦੇ ਸਹਿਮ ਬਣਿਆ ਰਹਿੰਦਾ ਹੈ। ਆਪਣੇ ਹੀ ਹੰਕਾਰ ਦੇ ਅੰਦਰ ਸੜ ਜਾਂਦੇ ਨੇ, ਮਰ ਜਾਂਦੇ ਨੇ, ਆਤਮਕ ਮੌਤ ਸਹਿੜ ਲੈਂਦੇ ਨੇ। ਕੌਣ? ਜਿਨ੍ਹਾਂ ਨੂੰ ਰੱਬ ਦਾ ਡਰ ਨਹੀਂ, ਜਿਨ੍ਹਾਂ ਦੇ ਅੰਦਰ ਰੱਬ ਦਾ ਅਦਬ ਨਹੀਂ ਹੈ। ਨਾਮਹੁ ਭੁੱਲਾ ਜਗ
ਫਿਰੈ ਬੇਤਾਲਿਆ। ਇਹਨੂੰ ਜਗ ਨਹੀਂ ਪੜਨਾ। ਜਗ ਦਾ ਮਤਲਬ ਯੱਗ ਹਵਨ ਹੋ ਜਾਏਗਾ, ਇਹਨੂੰ ਪੋਲਾ ਜਿਹਾ ਬੋਲਣਾ ਹੈ ਜਗ। ਜਗ ਦਾ ਮਤਲਬ ਜਗਤ। ਨਾਮਹੁ, ਨਾਮ ਤੋਂ, ਤੇ ਨਾਮ ਦਾ ਮਤਲਬ ਹੁਕਮ, ਰੱਬੀ ਗੁਣ। ਨਾਮਹੁ ਭੁੱਲਾ ਜਗ, ਸਾਰਾ ਜਗ ਜਿਹੜਾ ਹੈ ਨਾ, ਜਗਤ ਜਿਹੜਾ ਹੈ, ਜੋ ਨਾਮ ਤੋਂ ਭੁੱਲਿਆ ਹੋਇਆ ਹੈ। ਨਾਮ ਦਾ ਮਤਲਬ ਹੁਕਮ, ਰੱਬੀ ਰਜਾ, ਭਾਣਾ, ਸੱਚ। ਜਿਹੜੇ ਸੱਚ ਨਾਲੋਂ ਟੁੱਟ ਗਏ ਨੇ, ਜੋ ਲਾ ਆਫ ਨੇਚਰ ਦੇ ਨਾਲੋਂ ਟੁੱਟੇ ਹੋਏ ਨੇ, ਜੋ ਸੱਚ ਨਾਲੋਂ, ਰੱਬੀ ਹੁਕਮ ਨਾਲੋਂ, ਸਿਸਟਮ ਨਾਲੋਂ ਟੁੱਟੇ ਨੇ, ਫਿਰ ਇਹ ਬੇਤਾਲਿਆ, ਉਹ ਸਾਰਾ ਜਗਤ ਹੀ ਭੂਤਨਾ ਬਣਿਆ ਫਿਰਦਾ ਹੈ। ਬੇਤਾਲਿਆ ਦਾ ਮਤਲਬ ਭੂਤਨਾ ਹੋ ਕੇ ਫਿਰ ਰਿਹਾ ਹੈ। ਬੇਤਾਲ ਕਹਿੰਦੇ ਨੇ ਭੂਤਨੇ ਨੂੰ, ਤਾਲ ਤੋਂ ਖੁੰਝਿਆ ਹੋਇਆ। ਹੁਣ ਬੇਤਾਲ ਕੌਣ ਹੈ, ਭੂਤਨਾ ਕੌਣ ਹੈ? ਜੋ ਸੱਚ ਨਾਲੋਂ ਟੁੱਟ ਗਿਆ। ਕਬੀਰ ਜਾ ਕਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾ ਹੈ, ਤੇ ਘਰ ਮਰਹਟ ਸਾਰਖੇ, ਭੂਤ ਵਸੇ ਤਿਨ ਮਾਹੇ। ਉਹ ਲੋਕ ਹੀ ਭੂਤ ਨੇ, ਹੋਰ ਭੂਤ ਚੰਬੜਨ ਵਾਲੇ ਨਹੀਂ ਹੁੰਦੇ। ਇਹ ਚੀਜ਼ਾਂ ਆਪਾਂ ਕਲਾਸ ਵਿੱਚ ਪਹਿਲੋਂ ਸਪਸ਼ਟ ਕਰ ਚੁੱਕੇ ਹਾਂ ਕਿ ਭੂਤ ਪ੍ਰੇਤ ਨਾਮ ਦੀ ਚੀਜ਼ ਇਸ ਦੁਨੀਆ ਵਿੱਚ ਨਹੀਂ ਹੈ। ਜੰਤਰ ਮੰਤਰ ਆਦਿਕ ਨਹੀਂ ਹਨ। ਗੁਰਬਾਣੀ ਦੇ ਅੰਦਰ ਜੋ ਭੂਤ ਸ਼ਬਦ ਵਰਤਿਆ ਨਾ, ਕਈ ਕੋਟ ਭੂਤ ਪ੍ਰੇਤ, ਉਹ ਉਹਨਾਂ ਲੋਕਾਂ ਵਾਸਤੇ ਜੋ ਸੱਚ ਨਾਲੋਂ ਟੁੱਟੇ ਹੋਏ ਨੇ, ਉਹ ਭੂਤ ਹੋ ਕੇ ਫਿਰ ਰਹੇ ਨੇ। ਨਾਮੋ ਭੁੱਲਾ ਜਗ, ਜਿਹੜਾ ਜਗਤ, ਜਿਹੜੇ ਜਗਤ ਦੇ ਲੋਕ ਸੱਚ ਨਾਲੋਂ ਟੁੱਟੇ ਹੋਏ ਨੇ, ਰੱਬੀ ਹੁਕਮ ਨਾਲੋਂ ਟੁੱਟ ਗਏ ਨੇ, ਉਹ ਸਾਰਾ ਜਗਤ ਹੀ ਭੂਤਨਾ ਹੋਇਆ ਫਿਰਦਾ ਹੈ। ਤਾਂ ਇਹ ਪਿਛਲੇ ਸ਼ਲੋਕਾਂ ਵਿੱਚ ਔਰ ਪੌੜੀ ਰਾਹੀਂ ਗੁਰਦੇਵ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਕਿ ਜਿਵੇਂ ਦੇ ਅਸੀਂ ਕਰਮ ਕਰਦੇ ਹਾਂ, ਤਿਵੇਂ ਦਾ ਸਾਡਾ ਸੁਭਾਅ ਬਣੀ ਜਾਂਦਾ ਹੈ। ਜੇ ਪਾਪ ਕਰਨ ਵਾਲਾ ਸੁਭਾਅ ਬਣ ਗਿਆ ਹੈ, ਤਾਂ ਉਹ ਤੀਰਥਾਂ ਤੇ ਧੋਣ ਨਾਲ, ਸਰੀਰ ਨੂੰ ਨਹਾਉਣ ਨਾਲ ਜਾਂ ਬਾਹਰੀ ਕਰਮ ਕਾਂਡ ਕਰਨ ਦੇ ਨਾਲ ਨਹੀਂ ਬਦਲਦਾ। ਉਹ ਬਦਲੇਗਾ ਜੇ ਅਸੀਂ ਰੱਬੀ ਰਜਾ ਦੇ ਵਿੱਚ ਤੁਰਾਂਗੇ, ਸੱਚ ਦੇ ਨਾਲ ਪਿਆਰ ਕਰਾਂਗੇ, ਗੁਰੂ ਦੇ ਦੱਸੇ ਰਾਹ ਤੇ ਤੁਰਾਂਗੇ, ਤਾਂ ਹੀ ਸਾਡੀ ਜ਼ਿੰਦਗੀ ਅੰਦਰ ਸੁਖ ਸ਼ਾਂਤੀ ਆ ਸਕਦੀ ਹੈ, ਵਰਨਾ ਨਹੀਂ। ਔਰ ਜੇ ਕੋਈ ਕਹੇ ਕਿ ਮੈਨੂੰ ਸਿਰਫ ਸੁਖ ਹੀ ਸੁਖ ਮਿਲਣ, ਤਾਂ ਐਸਾ ਨਹੀਂ ਹੈ। ਹਰ ਸੁਖ ਜਿਹੜਾ ਹੈ ਉਹ ਕਿਸੇ ਨਾ ਕਿਸੇ ਮਿਹਨਤ ਦੇ ਵਿੱਚੋਂ ਨਿਕਲਦਾ ਹੈ। ਇਸ ਲਈ ਸਾਨੂੰ ਸੁੱਖਾਂ ਵਾਸਤੇ ਮਿਹਨਤ ਕਰਨੀ ਪਵੇਗੀ, ਯਤਨ ਕਰਨੀ ਪਵੇਗੀ। ਦੂਜੀ ਗੱਲ ਹੈ, ਸੁੱਖ ਔਰ ਦੁੱਖ ਬੰਦੇ ਦੇ ਅੰਦਰ ਨੇ। ਚਾਹੇ ਸੁੱਖ ਦਾ ਕੱਪੜਾ ਪਾ ਲਓ ਜਾਂ ਦੁੱਖ ਦਾ ਪਾ ਲਓ, ਕਿਉਂਕਿ ਸਾਡੀ ਸੋਚ ਅੰਦਰ ਵਿਕਾਰ ਵੀ ਨੇ ਔਰ ਸ਼ੁਭ ਗੁਣ ਵੀ ਨੇ। ਜਿਹੜਾ ਇਨਸਾਨ ਵਿਕਾਰੀ ਸੋਚ ਬਣਾਏਗਾ, ਵਿਕਾਰੀ ਕਰਮ ਕਰੇਗਾ, ਵਿਕਾਰੀ ਬੋਲ ਬੋਲੇਗਾ, ਉਹਦੀ ਜ਼ਿੰਦਗੀ ਦੇ ਅੰਦਰ ਖਿਜ, ਦੁੱਖ ਔਰ ਅਸ਼ਾਂਤੀ ਪੈਦਾ ਹੋ ਜਾਏਗੀ। ਬੰਦੇ ਦੀ ਮਰਜ਼ੀ ਆਪਣੀ ਹੈ। ਤੇ ਜਿਹੜਾ ਬੰਦਾ ਸੱਚ, ਸੰਤੋਖ, ਦਇਆ, ਧਰਮ ਨੂੰ ਕਮਾਏਗਾ, ਉਹਦੀ ਜ਼ਿੰਦਗੀ ਦੇ ਅੰਦਰ ਸੁਖ ਸ਼ਾਂਤੀ ਆਏਗੀ। ਹੁਣ ਇਹ ਬੰਦੇ ਦੀ ਆਪਣੀ ਮਰਜ਼ੀ ਹੈ ਕਿ ਸੁਖ ਦੇ ਕੱਪੜੇ ਪਾਣੇ ਚਾਹੁੰਦਾ ਹੈ ਜਾਂ ਦੁੱਖ ਦੇ ਕੱਪੜੇ ਪਾਣੇ ਚਾਹੁੰਦਾ ਹੈ। ਤੇ ਅਗਲੀ ਗੱਲ ਕਰ ਰਹੇ ਨੇ ਕਿ ਜਿਹੜਾ ਵੀ ਇਨਸਾਨ ਸੱਚ ਨਾਲੋਂ ਟੁੱਟ ਜਾਂਦਾ ਹੈ, ਰੱਬੀ ਰਜਾ ਨਾਲੋਂ ਟੁੱਟ ਜਾਂਦਾ ਹੈ, ਉਹ ਬੰਦਾ ਨਹੀਂ ਰਹਿੰਦਾ, ਸਗੋਂ ਉਹ ਭੂਤਨਾ ਬਣ ਜਾਂਦਾ ਹੈ ਔਰ ਇਸ ਜਗਤ ਦੇ ਅੰਦਰ ਬੇਥਵਾ ਹੀ ਫਿਰਦਾ ਰਹਿੰਦਾ ਹੈ, ਜ਼ਿੰਦਗੀ ਬੇਕਾਰ ਕਰ ਲੈਂਦਾ ਹੈ। ਇਸ ਲਈ ਸਾਨੂੰ ਰੱਬੀ ਰਜਾ ਦੇ ਵਿੱਚ ਤੁਰਨ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ। ਅਗਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਹੈ। ਭੈ ਵਿੱਚ ਜੰਮੈ ਭੈ ਮਰੈ, ਭੀ ਭਉ ਮਨ ਮੈਂ ਹੋਏ। ਭੈ ਵਿੱਚ ਦਾ ਮਤਲਬ ਸਹਿਮ ਦੇ ਅੰਦਰ, ਤੇ ਭਉ ਦਾ ਮਤਲਬ ਸਹਿਮ। ਜਗਤ ਜਿਹੜਾ ਹੈ ਸਹਿਮ ਦੇ ਅੰਦਰ ਜੰਮਦਾ ਹੈ। ਜਨਮ ਤੋਂ ਹੀ ਕੋਈ ਨਾ ਕੋਈ ਸਹਿਮ, ਡਰ ਚੰਬੜ ਜਾਂਦਾ ਹੈ। ਨਿੱਕੇ ਨਿੱਕੇ ਬੱਚੇ, ਜੇ ਛੋਟਾ ਖੜਾਕ ਜ਼ਿਆਦਾ ਹੋ ਜਾਏ ਤੇ ਬੱਚਾ ਡਰ ਜਾਂਦਾ ਹੈ, ਸਹਿਮ ਹੈ ਨਾ। ਬੱਚੇ ਦੇ ਅੰਦਰ ਸਹਿਮ ਹੁੰਦਾ ਹੈ ਕਿ ਮਾਂ-ਬਾਪ ਤੋਂ ਦੂਰ ਨਾ ਚਲਾ ਜਾਵਾਂ। ਕੁਝ ਹੌਲੇ ਹੌਲੇ ਸਹਿਮ ਵੱਧਦੇ ਜਾਂਦੇ ਨੇ, ਕਿਸੇ ਨੂੰ ਕਿਸੇ ਤਰ੍ਹਾਂ ਦਾ ਸਹਿਮ, ਕਿਸੇ ਨੂੰ ਜਨਮ ਤੋਂ ਲੈ ਕੇ। ਭੈ ਵਿੱਚ ਜੰਮੈ, ਸਹਿਮ ਦੇ ਅੰਦਰ ਜਗਤ ਜੰਮ ਰਿਹਾ ਹੈ, ਜਨਮ ਤੋਂ ਹੀ ਸਹਿਮ ਵਿੱਚ ਹੈ। ਭੈ ਮਰੈ, ਔਰ ਮਰਨ ਤੱਕ ਇਹ ਭੈ ਬਣਿਆ ਰਹਿੰਦਾ ਹੈ। ਭੈ ਦੇ ਵਿੱਚ ਹੀ ਇਹ ਮਰਦਾ ਰਹਿੰਦਾ ਹੈ, ਦੁਖੀ ਹੁੰਦਾ ਹੈ। ਭੀ ਭਉ ਮਨ ਮੈਂ ਹੋਏ, ਤੇ ਸਦਾ ਇਹਦੇ ਮਨ ਦੇ ਅੰਦਰ ਭਉ ਹੀ ਟਿਕਿਆ ਰਹਿੰਦਾ ਹੈ। ਸਹਿਮ ਦੇ ਵਿੱਚ ਜੰਮਿਆ, ਸਹਿਮ ਦੇ ਵਿੱਚ ਮਰਦਾ ਰਹਿੰਦਾ ਹੈ, ਖਪਦਾ ਰਹਿੰਦਾ ਹੈ। ਫਿਰ ਵੀ ਇਹਦੇ ਮਨ ਦੇ ਅੰਦਰ ਭਉ ਬਣਿਆ ਹੀ ਰਹਿੰਦਾ ਹੈ। ਸਹਿਮ ਜ਼ਿੰਦਗੀ ਚੋਂ ਜਾਣਦਾ ਨਹੀਂ। ਕੋਈ ਨਾ ਕੋਈ ਸਹਿਮ, ਕੋਈ ਨਾ ਕੋਈ ਡਰ, ਕੋਈ ਨਾ ਕੋਈ ਭਉ ਇਸ ਮਨੁੱਖ ਦੇ ਮਨ ਦੇ ਅੰਦਰ ਟਿਕਿਆ ਹੁੰਦਾ ਹੈ। ਨਾਨਕ ਭੈ ਵਿੱਚ ਜੇ ਮਰੈ,
ਸਹਿਲਾ ਆਇਆ ਸੋਏ। ਭੈ ਵਿੱਚ ਦਾ ਮਤਲਬ ਜੇ ਪ੍ਰਭੂ ਦੇ ਡਰ ਵਿੱਚ, ਮਰੇ ਦਾ ਮਤਲਬ ਜੇ ਆਪਣਤ ਤਿਆਗ ਦੇਵੇ, ਆਪਣੀ ਮੱਤ ਛੱਡ ਦੇਵੇ ਔਰ ਰੱਬੀ ਰਜ਼ਾ ਦੇ ਵਿੱਚ ਲੀਨ ਹੋ ਜਾਏ। ਸਹਿਲਾ ਆਇਆ ਸੋਏ, ਉਹਦਾ ਇਸ ਦੁਨੀਆ ਦੇ ਉੱਤੇ ਆਉਣਾ ਸਫਲਾ ਹੋ ਜਾਂਦਾ ਹੈ। ਉਹਦੀ ਜ਼ਿੰਦਗੀ ਵਿੱਚ ਫਿਰ ਸਹਿਮ ਨਹੀਂ ਰਹਿੰਦਾ। ਜਿਹੜਾ ਰੱਬੀ ਭੈ ਦੇ ਅੰਦਰ ਮਰਦਾ ਹੈ, ਰੱਬੀ ਭੈ ਦਾ ਮਤਲਬ ਕਿ ਆਪਣੇ ਆਪੇ ਨੂੰ ਖਤਮ ਕਰਕੇ ਜੋ ਯੂਨੀਵਰਸਲ ਟਰੂਥ ਨੂੰ ਅਪਣਾ ਲੈਂਦਾ ਹੈ, ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ, ਜਿਸ ਦੇ ਅੰਦਰ ਰੱਬ ਦਾ ਡਰ ਹੈ, ਅਦਬ ਹੈ। ਡਰ ਦਾ ਮਤਲਬ ਇਹ ਨਹੀਂ ਕਿ ਉਹ ਡਰਦਾ ਹੈ ਕਿ ਉੱਤੋਂ ਰੱਬ ਵੱਟਾ ਮਾਰ ਕੇ ਮੇਰਾ ਸਿਰ ਨਾ ਪਾੜ ਦੇ, ਮਤਲਬ ਕਿ ਜਿਸ ਦੇ ਅੰਦਰ ਅਦਬ ਹੈ ਰੱਬ ਦਾ, ਰੱਬੀ ਗੁਣਾਂ ਦਾ, ਰੱਬੀ ਰਜ਼ਾ ਦਾ, ਰੱਬੀ ਭਾਣੇ ਦਾ, ਜਿਨੇ ਆਪਣੀ ਸੋਚ ਨੂੰ ਰੱਬੀ ਭੈ ਦੇ ਅੰਦਰ, ਅਦਬ ਦੇ ਅੰਦਰ ਲੀਨ ਕਰ ਦਿੱਤਾ ਹੈ, ਉਹਦਾ ਆਉਣਾ ਸਫਲਾ ਹੈ। ਫਿਰ ਉਹਨੂੰ ਹੋਰ ਕੋਈ ਡਰ ਨਹੀਂ ਪਾਉਂਦਾ, ਕਿਉਂਕਿ ਉਹਨੇ ਸੱਚ ਬੋਲਣਾ। ਤੇ ਸੱਚੇ ਬੰਦੇ ਨੂੰ ਕਾਹਦਾ ਡਰ ਹੈ? ਦਇਆ ਵਾਲੇ ਨੂੰ ਕਾਹਦਾ ਡਰ ਹੈ? ਜਿਨੇ ਕੋਈ ਪਾਪ ਕੀਤਾ ਹੀ ਨਹੀਂ ਉਹਨੂੰ ਕਾਹਦਾ ਡਰ ਹੈ? ਜੇ ਕਿਤੇ ਤਲਾਸ਼ੀ ਹੋ ਰਹੀ ਹੈ ਤਾਂ ਜਿਸਨੇ ਚੋਰੀ ਕੀਤੀ ਹੀ ਨਹੀਂ ਉਹਨੂੰ ਕਾਹਦਾ ਡਰ ਹੈ? ਉਹਦਾ ਆਉਣਾ ਸਫਲਾ ਹੋ ਜਾਂਦਾ। ਇਸ ਲਈ ਸਾਡੀ ਜ਼ਿੰਦਗੀ ਵਿੱਚ ਇਹ ਪੋਸੀਬਿਲਿਟੀ ਹੈ, ਸੰਭਾਵਨਾ ਹੈ ਕਿ ਜੇ ਅਸੀਂ ਰੱਬ ਦੇ ਅਦਬ ਦੇ ਵਿੱਚ ਰਹੀਏ, ਯੂਨੀਵਰਸਲ ਟਰੂਥ ਮੁਤਾਬਕ ਜ਼ਿੰਦਗੀ ਜੀਵੀਏ, ਰੱਬੀ ਰਜ਼ਾ ਵਿੱਚ ਜੀਵੀਏ, ਗੁਣਾਂ ਦੇ ਧਾਰਨੀ ਹੋਵੀਏ, ਤਾਂ ਇਹ ਜੀਵਨ ਸਾਡਾ ਸਫਲਾ ਹੋ ਸਕਦਾ ਹੈ। ਅਗਲਾ ਸ਼ਲੋਕ ਗੁਰੂ ਅਮਰਦਾਸ ਜੀ ਦਾ ਹੀ ਹੈ। ਭੈਵਿਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ। ਇਹਨੂੰ ਖੁਸ਼ੀ ਨਹੀਂ ਪੜਨਾ, ਸੱਸੇ ਦੇ ਪੈਰ ਥੱਲੇ ਬਿੰਦੀ ਲਾ ਕੇ ਐੜੇ ਨਾਲ ਬਿੰਦੀ, ਖੁਸ਼ੀਆਂ। ਭੈਵਿਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ। ਭੈ ਵਿੱਚ ਦਾ ਮਤਲਬ ਕਿ ਰੱਬ ਦਾ ਡਰ ਆਪਣੇ ਮਨ ਵਿੱਚ ਵਸਾਉਣ ਤੋਂ ਬਿਨਾਂ, ਸੱਚ ਤੋਂ ਬਿਨਾਂ, ਕਿ ਕੋਈ ਪਰਵਾਹ ਨਹੀਂ ਸੱਚ ਦੀ, ਰੱਬ ਦੀ, ਗੁਣਾਂ ਦੀ, ਹੁਕਮ ਦੀ, ਰਜ਼ਾ ਦੀ, ਭਾਣੇ ਦੀ, ਇਹਦਾ ਡਰ ਹੀ ਲਾ ਦਿੱਤਾ। ਤੇ ਲੰਬੀ ਜ਼ਿੰਦਗੀ ਕੋਈ ਜੀਵੇ, ਖੁਸ਼ੀਆਂ ਖੁਸ਼ੀ ਕਮਾਏ ਤੇ ਮੌਜਾਂ ਮਾਣੇ। ਇੱਥੇ ਖੁਸ਼ੀਆਂ ਦਾ ਮਤਲਬ ਮੌਜਾਂ ਮਾਣਨੀਆਂ। ਸ਼ਰਾਬ ਪੀਣ ਤੇ ਜੀ ਕੀਤਾ, ਸ਼ਰਾਬ ਪੀ ਲਿਆ, ਵਿਚਾਰ ਕਮਾਉਣ ਤੇ ਜੀ ਕੀਤਾ, ਵਿਚਾਰ ਕਰ ਲਿਆ, ਜੇ ਕਿਸੇ ਨਾਲ ਲੜਨਾ ਹੈ ਲੜ ਲਿਆ, ਜੇ ਚੋਰੀ ਕਰਨੀ ਚੋਰੀ ਕਰ ਲਿਆ, ਯਾਨੀ ਮੌਜਾਂ, ਖੁਸ਼ੀਆਂ, ਨਜਾਇਜ਼ ਮੌਜਾਂ ਮਾਣਦਾ ਰਵੇ। ਰੱਬੀ ਡਰ ਹੀ ਨਾ ਹੋਵੇ ਮਨ ਦੇ ਅੰਦਰ, ਸਮਾਜ ਦਾ ਡਰ ਨਾ ਹੋਵੇ, ਧਰਮ ਦਾ ਡਰ ਨਾ ਹੋਵੇ। ਨਾਨਕ ਭੈਵਿਨ ਜੇ ਮਰੈ, ਮੂੰਹ ਕਾਲੇ ਉੱਠ ਜਾਏ। ਤੇ ਗੁਰੂ ਜੀ ਕਹਿੰਦੇ ਨੇ ਪ੍ਰਭੂ ਦਾ ਡਰ ਹਿਰਦੇ ਵਿੱਚ ਵਸਾਉਣ ਤੋਂ ਬਿਨਾਂ ਜੇ ਬੰਦਾ ਮਰਦਾ ਹੈ ਨਾ, ਮੂੰਹ ਕਾਲੇ ਉੱਠ ਜਾਏ, ਇੱਥੋਂ ਕਾਲਾ ਮੂੰਹ ਲੈ ਕੇ ਜਾਏਗਾ। ਕਾਲੇ ਮੂੰਹ ਦਾ ਮਤਲਬ ਇਹ ਨਹੀਂ ਕਿ ਕੋਈ ਤਵਾ ਲੈ ਕੇ ਉਹਦੇ ਮੂੰਹ ਤੇ ਮਲੇਗਾ ਜਾਂ ਕਾਲਾ ਤੇਲ ਮਲੇਗਾ। ਕਾਲੇ ਮੂੰਹ ਦਾ ਮਤਲਬ ਹੁੰਦਾ ਹੈ ਕਿ ਉਹਨੂੰ ਇੱਜ਼ਤ ਨਹੀਂ ਮਿਲੇਗੀ, ਮੁਕਾਲਕ ਖੱਟੇਗਾ, ਨਮੋਸ਼ੀ ਖੱਟੇਗਾ। ਔਰ ਹਕੀਕਤ ਹੈ, ਜੋ ਲੋਕ ਸੱਚ ਨਾਲੋਂ ਟੁੱਟ ਜਾਂਦੇ ਨੇ, ਵਾਸਤਵ ਦੇ ਅੰਦਰ ਹੀ ਨਮੋਸ਼ੀ ਦਾ ਮੂੰਹ ਤੇ ਵੇਖਣਾ ਹੀ ਪੈਂਦਾ ਨਾ। ਜੇ ਹੁਣ ਮੈਂ ਆਪਣੇ ਵੱਲ ਦੇਖਾਂ ਔਰ ਮੈਂ ਆਪਣੇ ਆਪ ਤੋਂ ਪੁੱਛਾਂ, ਆਪਣੀ ਜ਼ਮੀਰ ਤੋਂ, ਕਿ ਜੋ ਮੈਂ ਬਚਨ ਬਿਲਾਸ ਤੁਹਾਡੇ ਭੈਣਾਂ ਵੀਰਾਂ ਦੇ ਨਾਲ ਕਰ ਰਿਹਾ, ਕੀ ਮੈਂ ਅੰਦਰੋਂ ਐਵੇਂ ਦਾ ਹਾਂ? ਕੀ ਮੈਂ ਇਹਨਾਂ ਚੀਜ਼ਾਂ ਤੇ ਅਮਲ ਕਰਦਾ? ਜੇ ਤਾਂ ਅੰਦਰੋਂ ਆਵਾਜ਼ ਆਵੇ ਕਿ ਹਾਂ, ਮੇਰੀ ਜ਼ਿੰਦਗੀ ਐਵੇਂ ਦੀ ਹੋਈ, ਸਿੰਪਲ ਜ਼ਿੰਦਗੀ ਹੈ, ਮੈਂ ਐਵੇਂ ਹੀ ਆ, ਜੋ ਕੁਛ ਮੈਂ ਕਹਿ ਰਿਹਾ ਕਰ ਵੀ ਰਿਹਾ, ਫਿਰ ਤਾਂ ਮੁਬਾਰਕ ਹੈ ਜ਼ਿੰਦਗੀ, ਫਿਰ ਤਾਂ ਖੁਸ਼ੀ ਹੋਏਗੀ। ਤੇ ਜੇ ਅੰਦਰੋਂ ਆਵਾਜ਼ ਆਏ, ਜੇ ਮੈਂ ਇਮਾਨਦਾਰੀ ਨਾਲ ਪੁੱਛਾਂ ਆਪਣੇ ਆਪ ਤੋਂ, ਤੇ ਅੰਦਰੋਂ ਆਵਾਜ਼ ਆ ਜਾਏ ਕਿ ਐਵੇਂ ਦਾ ਤੂੰ ਹੈ ਤੇ ਨਹੀਂ ਸੱਜਣਾ, ਬਾਹਰੋਂ ਹੋਰ ਬਣਿਆ, ਅੰਦਰੋਂ ਤੂੰ ਹੋਰ ਹੈ, ਤੂੰ ਇਹਨਾਂ ਚੀਜ਼ਾਂ ਤੇ ਅਮਲ ਤੇ ਨਹੀਂ ਕਰਦਾ, ਤੇਰੇ ਅੰਦਰ ਸੱਚਾਈ ਨਹੀਂ ਹੈ, ਤੂੰ ਆਚਰਨਹੀਣ ਹੈ, ਤਾਂ ਫਿਰ ਕਾਲਾ ਮੂੰਹ ਹੀ ਹੈ ਨਾ, ਨਮੋਸ਼ੀ ਹੈ ਨਾ, ਆਪਣੀਆਂ ਨਜ਼ਰਾਂ ਵਿੱਚ ਆਪ ਗਿਰਨਾ ਹੈ ਨਾ, ਇਸੇ ਨੂੰ ਕਾਲਾ ਮੂੰਹ ਕਹਿੰਦੇ ਨੇ। ਕਾਲੇ ਮੂੰਹ ਦਾ ਮਤਲਬ ਸਮਾਜ ਦੀਆਂ ਨਜ਼ਰਾਂ ਵਿੱਚ ਗਿਰ ਜਾਂਦਾ ਹੈ, ਉਹ ਆਪਣੀਆਂ ਨਜ਼ਰਾਂ ਵਿੱਚ ਵੀ ਗਿਰ ਜਾਂਦਾ ਹੈ। ਤੇ ਕਹਿੰਦੇ ਨੇ ਨਾ, ਖਜੂਰ ਤੋਂ ਡਿੱਗਿਆ ਤੇ ਜਾਂ ਚਵਾਰੇ ਤੋਂ ਡਿੱਗਿਆ ਬੰਦਾ ਤੇ ਬਚ ਜਾਂਦਾ, ਤੇ ਨਜ਼ਰਾਂ ਤੋਂ ਗਿਰਿਆ। ਇਸ ਲਈ ਰੱਬ ਕਿਸੇ ਨੂੰ ਕਿਸੇ ਦੀਆਂ ਨਜ਼ਰਾਂ ਤੋਂ ਨਾ ਗਿਰਾਏ, ਕੋਈ ਕਿਸੇ ਦੀਆਂ ਨਜ਼ਰਾਂ ਤੋਂ ਨਾ ਗਿਰੇ, ਕੋਈ ਆਪਣੀਆਂ ਨਜ਼ਰਾਂ ਤੋਂ ਵੀ ਨਾ ਗਿਰੇ। ਉਹੀ ਇਨਸਾਨੀਅਤ ਹੈ ਨਾ। ਜੇ ਕਿਸੇ ਦੀਆਂ ਨਜ਼ਰਾਂ ਤੋਂ ਗਿਰ ਗਏ ਜਾਂ ਆਪਣੀਆਂ ਹੀ ਨਜ਼ਰਾਂ ਤੋਂ ਗਿਰ ਗਏ, ਤਾਂ ਉਹ ਕਾਹਦਾ ਜੀਵਨ ਹੈ, ਕਾਹਦੀ ਜ਼ਿੰਦਗੀ ਹੈ? ਨਮੋਸ਼ੀ ਹੈ ਨਾ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਭੈ ਤੋਂ ਬਿਨਾਂ, ਰੱਬੀ ਡਰ ਤੋਂ ਬਿਨਾਂ ਤੁਸੀਂ ਮੌਜਾਂ ਤੇ ਮਾਣ ਲਓਗੇ, ਪਰ ਨਮੋਸ਼ੀ ਦਾ ਮੂੰਹ ਵੇਖਣਾ ਪਵੇਗਾ। ਕੋਈ ਸਿਫਤ ਨਹੀਂ ਹੋਏਗੀ, ਕੋਈ ਮਾਣ ਆਦਰ ਨਹੀਂ ਮਿਲੇਗਾ।
ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀਏ। ਪੂਰੀਏ ਦਾ ਮਤਲਬ ਪੂਰਾ ਪੱਕਾ, ਤੇ ਸ਼ਰਧਾ ਦਾ ਮਤਲਬ ਹੁੰਦਾ ਹੈ ਸਿੱਧਕ, ਭਰੋਸਾ, ਵਿਸ਼ਵਾਸ। ਤੇ ਜਿੱਥੇ ਵਿਸ਼ਵਾਸ ਸ਼ਬਦ ਵਰਤਿਆ ਜਾਂਦਾ ਹੈ ਉੱਥੇ ਸ਼ਰਧਾ ਸ਼ਬਦ ਵੀ ਵਰਤਿਆ ਜਾਂਦਾ ਹੈ। ਲੇਕਿਨ ਸ਼ਰਧਾ ਜਿਹੜਾ ਸ਼ਬਦ ਹੈ ਨਾ, ਇਹ ਵਿਸ਼ਵਾਸ ਔਰ ਪ੍ਰੇਮ ਦੋਵਾਂ ਦਾ ਮਿਲਵਾਂ ਰੂਪ ਹੈ। ਅੰਦਰ ਸਤਿਕਾਰ ਵੀ ਹੈ, ਪ੍ਰੇਮ ਵੀ ਹੈ ਤੇ ਵਿਸ਼ਵਾਸ ਵੀ ਹੈ। ਕਈ ਵਾਰ ਐਸਾ ਹੁੰਦਾ ਸਾਨੂੰ ਕਿਸੇ ਵੀਰ ਭੈਣ ਤੇ ਵਿਸ਼ਵਾਸ ਤੇ ਹੁੰਦਾ ਹੈ, ਪਰ ਉਹਦੇ ਨਾਲ ਸਾਡਾ ਪ੍ਰੇਮ ਨਹੀਂ ਹੁੰਦਾ। ਤੇ ਕਈ ਵਾਰ ਹੁੰਦਾ ਵੀ ਸਾਡਾ ਪ੍ਰੇਮ ਤੇ ਹੁੰਦਾ ਹੈ ਦੁਨਿਆਵੀ ਤੌਰ ਤੇ, ਪਰ ਸਾਨੂੰ ਉਹ ਤੇ ਵਿਸ਼ਵਾਸ ਨਹੀਂ ਹੁੰਦਾ। ਮਿਲਵਰਤਨ ਹੁੰਦਾ ਹੈ ਲੇਕਿਨ ਵਿਸ਼ਵਾਸ ਨਹੀਂ ਹੁੰਦਾ। ਸ਼ਰਧਾ ਇੱਕ ਐਸਾ ਸ਼ਬਦ ਹੈ ਜਿੱਥੇ ਵਿਸ਼ਵਾਸ ਵੀ ਹੈ ਔਰ ਜਿੱਥੇ ਪਿਆਰ ਵੀ ਹੈ। ਤਾਂ ਇੱਥੇ ਸ਼ਰਧਾ ਦਾ ਮਤਲਬ ਹੈ ਸਿਦਕ, ਭਰੋਸਾ। ਸਤਿਗੁਰ ਹੋਏ ਦਇਆਲ, ਜਿਸ ਮਨੁੱਖ ਤੇ ਸਤਿਗੁਰੂ ਕਿਰਪਾ ਕਰਦਾ ਹੈ, ਫਿਰ ਉਹਦਾ ਰੱਬ ਦੇ ਉੱਤੇ ਪੱਕਾ ਯਕੀਨ ਵੱਜ ਜਾਂਦਾ ਹੈ, ਰੱਬੀ ਹੁਕਮ ਤੇ ਪੱਕਾ ਯਕੀਨ ਬਣ ਜਾਂਦਾ ਹੈ। ਉਹਨੂੰ ਫਿਰ ਯਕੀਨ ਕਿਹੜਾ ਬਣ ਜਾਂਦਾ ਹੈ ਕਿ ਹੁਕਮ ਰਜਾਈ ਜੋ ਚੱਲੇ ਸੋ ਭਵਿਖ ਜਾਂਦਾ। ਉਹਨੂੰ ਇਹ ਯਕੀਨ ਬਣ ਜਾਂਦਾ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਹਨੂੰ ਇਹ ਗਿਆਨ ਹੋ ਜਾਂਦਾ ਹੈ, ਯਕੀਨ ਬਣ ਜਾਂਦਾ ਹੈ ਕਿ ਰੱਬੀ ਰਜ਼ਾ ਵਿੱਚ ਤੁਰਨ ਦੇ ਨਾਲ ਹੀ ਜੀਵਨ ਸਫਲ ਹੋ ਸਕਦਾ ਹੈ। ਰੱਬੀ ਹੁਕਮ ਵਿੱਚ ਤੁਰਿਆ ਹੀ ਅੰਦਰ ਇਨਸਾਨੀਅਤ ਪੈਦਾ ਹੋ ਸਕਦੀ ਹੈ। ਰੱਬੀ ਹੁਕਮ ਵਿੱਚ ਤੁਰਨ ਦੇ ਨਾਲ ਹੀ ਮੈਂ ਰੱਬ ਦੇ ਅੰਦਰ ਸਮਾ ਸਕਦਾ ਹਾਂ, ਮੇਰੇ ਜੀਵਨ ਵਿੱਚ ਖੁਸ਼ੀਆਂ ਖੇੜੇ ਆ ਸਕਦੇ ਨੇ। ਯਾਨੀ ਇਹਨਾਂ ਚੀਜ਼ਾਂ ਤੇ ਪੂਰਾ ਵਿਸ਼ਵਾਸ ਹੋ ਜਾਂਦਾ ਹੈ ਔਰ ਪ੍ਰੇਮ ਬਣ ਜਾਂਦਾ ਹੈ, ਜਿਨ੍ਹਾਂ ਤੇ ਸਤਿਗੁਰੂ ਦਇਆ ਕਰਦਾ। ਹੁਣ ਇੱਥੇ ਬੰਦਾ ਬੜਾ ਚਲਾ ਕੇ ਫਿਰ ਕਹੇਗਾ ਕਿ ਮੇਰੇ ਤੇ ਸਤਿਗੁਰੂ ਨੇ ਦਇਆ ਨਹੀਂ ਕੀਤੀ, ਤਾਂ ਨਹੀਂ ਮੇਰਾ ਪਿਆਰ ਬਣਿਆ। ਸਤਿਗੁਰੂ ਦੀ ਦਇਆ ਹੁਣ ਅਸਾਂ ਆਪ ਪਾਣੀ ਹੈ। ਸਤਿਗੁਰੂ ਤੇ ਹੈ ਹੀ ਦਇਆ ਦਾ ਘਰ। ਉਹ ਦਇਆ ਅਸਾਂ ਆਪ ਪਾਣੀ ਹੈ, ਦਇਆ ਦੇ ਪਾਤਰ ਅਸੀਂ ਆਪ ਬਣਨਾ ਹੈ। ਤਾਂ ਜਿਹੜਾ ਦਇਆ ਦਾ ਪਾਤਰ ਬਣ ਜਾਂਦਾ ਫਿਰ ਉਹਦਾ ਵਿਸ਼ਵਾਸ ਬਣ ਜਾਂਦਾ, ਔਰ ਐਸਾ ਵਿਸ਼ਵਾਸ ਬਣਦਾ ਹੈ ਕਿ ਉਸ ਵਿਸ਼ਵਾਸ ਕਰਕੇ ਹੀ ਆਰੇ ਦੇ ਨਾਲ ਚੀਰੇ ਗਏ ਨੇ ਸਿੱਖ। ਉਹ ਇੱਕ ਵਿਸ਼ਵਾਸ ਹੀ ਸੀ ਜਿਸ ਵਿਸ਼ਵਾਸ ਕਰਕੇ ਮਾਸੂਮ ਬੱਚਿਆਂ ਦੇ ਟੁਕੜੇ ਵੀ ਗਲਿਆਂ 'ਚ ਪਵਾ ਲਏ ਨੇ, ਲੇਕਿਨ ਉਹ ਸੱਚ ਦੇ ਨਾਲੋਂ ਟੁੱਟੇ ਨਹੀਂ। ਸਾਡਾ ਵਿਸ਼ਵਾਸ ਨਹੀਂ ਹੁੰਦਾ, ਇਸ ਲਈ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਡੋਲਦੇ ਰਹਿੰਦੇ ਹਾਂ ਔਰ ਗੁਰਮਤ ਤੋਂ ਉਲਟ ਜ਼ਿੰਦਗੀ ਜੀਣ ਵਾਸਤੇ ਬਹੁਤ ਸਾਰੇ ਅਸੀਂ ਪ੍ਰਮਾਣ ਲੱਭਦੇ ਰਹਿੰਦੇ ਹਾਂ। ਸਾਡੀ ਵਿਸ਼ਵਾਸ ਦੀ ਘਾਟ ਹੈ। ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀਐ। ਜੇ ਗੁਰੂ ਦਇਆ ਕਰੇ ਨਾ, ਜਿਹਦੇ ਉੱਤੇ ਗੁਰੂ ਦੀ ਰਹਿਮਤ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਜਿਹਦੇ ਅੰਦਰ ਵਿਸ਼ਵਾਸ ਹੈ ਗੁਰੂ ਦਾ, ਉਹ ਕਦੇ ਝੂਰਦਾ ਨਹੀਂ। ਉਹਦੇ ਅੰਦਰ ਕਦੇ ਢਹਿੰਦੀ ਕਲਾ ਨਹੀਂ ਆਉਂਦੀ, ਉਹਦੇ ਅੰਦਰ ਕਦੇ ਨੈਗੇਟਿਵਿਟੀ ਨਹੀਂ ਆਉਂਦੀ, ਉਹ ਕਦੇ ਦੁੱਖਾਂ ਦੇ ਗਿਲੇ ਗੁਜ਼ਾਰੇ ਨਹੀਂ ਕਰਦਾ। ਉਹ ਤੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ। ਉਹ ਇਹ ਨਹੀਂ ਕਰਦਾ। ਮੈਂ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਜਾਣਦਾ ਹਾਂ, ਜਾਂ ਅਸੀਂ ਆਪ ਵੀ ਐਵੇਂ ਦੀਆਂ ਗੱਲਾਂ ਕਰਦੇ ਹਾਂ, ਤੁਸੀਂ ਵੀ, ਅਸੀਂ ਵੀ ਸਾਰੇ, ਕਿ ਮੈਂ ਤੇ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ, ਪਤਾ ਨਹੀਂ ਰੱਬ ਸਾਨੂੰ ਕਿਹੜੇ ਕਰਮ ਦਾ ਫਲ ਦੇ ਰਿਹਾ। ਅਸੀਂ ਤੇ ਕਦੇ ਕਿਸੇ ਦਾ ਮਾੜਾ ਕੀਤਾ ਨਹੀਂ, ਫਿਰ ਸਾਡੇ ਮੁੰਡੇ ਨੂੰ ਕੋਈ ਕਿਉਂ ਬੁਖਾਰ ਚੜ ਗਿਆ। ਮੈਂ ਤੇ ਕਦੇ ਕਿਸੇ ਦਾ ਮਾੜਾ ਕੀਤਾ ਨਹੀਂ, ਮੇਰਾ ਖੁਰੇ ਐਕਸੀਡੈਂਟ ਕਿਉਂ ਹੋ ਗਿਆ। ਵੀ ਐਕਸੀਡੈਂਟ ਤੇਰਾ ਤਾਂ ਹੋ ਗਿਆ, ਚੱਜ ਨਾਲ ਗੱਡੀ ਨਹੀਂ ਤੈਨੂੰ ਚਲਾਣੀ ਆਉਂਦੀ, ਵੀ ਠੀਕ ਢੰਗ ਦੇ ਨਾਲ ਚਲਾਉਂਦਾ ਤਾਂ ਸੀ ਨਾ। ਉਹ ਕਿਸੇ ਬੰਦੇ ਨੇ ਜਾ ਕੇ ਪੁਲਿਸ ਵਾਲੇ ਨੂੰ ਰਿਪੋਰਟ ਦਿੱਤੀ, ਕਹਿੰਦਾ ਬੀਬੀ ਨੇ ਕਾਰ ਮਾਰ ਕੇ ਤੇ ਮੇਰੀ ਲੱਤ ਤੋੜ ਦਿੱਤੀ। ਤੇ ਉਹ ਕਹਿੰਦਾ ਜਦੋਂ ਤੈਨੂੰ ਪਤਾ ਸੀ ਬੀਬੀ ਕਾਰ ਚਲਾ ਰਹੀ, ਤੂੰ ਸੜਕ ਤੋਂ ਥੱਲੇ ਉਤਰ ਜਾਂਦਾ। ਕਹਿੰਦਾ ਮੈਂ ਤੇ ਆਪਣੀ ਪੈਲੀ 'ਚ ਪੱਠੇ ਵੱਢਦਾ ਸੀ, ਉੱਥੇ ਜਾ ਕੇ ਮਾਰੇ। ਹੁਣ ਇੱਥੇ ਕਿਸਮਤ ਕੀ ਕਰੇਗੀ। ਤਾਂ ਗੱਲ ਇਹ ਹੈ ਕਿ ਅਸੀਂ ਆਪਣੀ ਗਲਤੀ ਲੱਭਣੀ ਹੈ। ਬੰਦਾ ਫਿਰ ਝੂਰਦਾ ਨਹੀਂ ਹੈ, ਉਹ ਆਪਣੇ ਔਗਣ ਲੱਭਦਾ ਹੈ। ਉਹਨੂੰ ਪਤਾ ਹੁੰਦਾ ਹੈ ਕਿ ਮੈਂ ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਗੜਬੜ ਕੀਤੀ ਹੈ। ਉਹ ਫਿਰ ਦੁੱਖ ਹੋਣ ਤੇ ਝੂਰਦਾ ਨਹੀਂ, ਉਹਨਾਂ ਦਾ ਸਾਹਮਣਾ ਕਰਦਾ ਹੈ, ਮੁਸੀਬਤ ਦਾ ਟਾਕਰਾ ਕਰਦਾ ਹੈ, ਔਰ ਦੁੱਖਾਂ ਨੂੰ ਦੁੱਖ ਨਹੀਂ ਮੰਨਦਾ, ਸੱਚ ਨੂੰ ਤਿਆਗਦਾ ਨਹੀਂ, ਫਿਰ ਉਹ ਝੂਰਦਾ ਨਹੀਂ ਹੈ। ਉਹਦੇ ਅੰਦਰ ਨੈਗੇਟਿਵਿਟੀ ਨਹੀਂ ਹੁੰਦੀ, ਉਹਦੇ ਅੰਦਰ ਪੋਜ਼ਿਟਿਵਿਟੀ ਹੁੰਦੀ ਹੈ। ਔਰ ਦੇਖੋ ਇਹ ਸਿੱਖਾਂ ਦਾ ਕਿੰਨਾ ਵੱਡਾ ਗੁਣ ਸੀ। ਅਸੀਂ ਜਦੋਂ ਸਿੱਖ ਇਤਿਹਾਸ ਪੜ੍ਹਦੇ ਹਾਂ, ਨਿਹੰਗ ਸਿੰਘਾਂ ਦੇ ਬੋਲੇ, ਤੇ ਉਹ ਛੋਲੇ ਨਹੀਂ ਕਹਿੰਦੇ ਵੀ ਅਸੀਂ ਛੋਲੇ ਚੱਬ ਰਹੇ ਹਾਂ, ਉਹ ਛੋਲਿਆਂ ਨੂੰ ਬਦਾਮ ਕਹਿੰਦੇ ਨੇ। ਜੇ ਬਤਾਊ ਬਣਾਏ ਹੋਣ ਨਾ, ਬਤਾਊ, ਤਾਂ ਉਹ ਨਹੀਂ ਕਹਿੰਦੇ ਬਤਾਊ ਬਣਾਏ, ਕਹਿੰਦੇ ਨੇ ਬਟੇਰੇ ਬਣਾਏ ਨੇ। ਉਹ ਹਲਦੀ ਨੂੰ ਕੇਸਰ ਕੌਰ ਕਹਿੰਦੇ ਨੇ। ਯਾਨੀ ਜੇ ਕੋਈ ਬੰਦਾ ਮਰ ਗਿਆ ਹੈ ਤੇ ਉਹ ਇਹ ਨਹੀਂ ਕਹਿੰਦੇ ਮਰ ਗਿਆ, ਉਹ ਕਹਿੰਦੇ ਚੜ੍ਹਾਈ ਕਰ ਗਿਆ।
ਦੇਖੋ ਕਿੰਨਾ ਵੱਡਾ ਪੋਜ਼ਿਟਿਵ ਕਿ ਬੰਦਾ ਮਰਿਆ ਹੈ, ਉਹ ਇਹ ਨਹੀਂ ਕਹਿ ਰਹੇ ਮਰ ਗਿਆ, ਉਹ ਕਹਿੰਦੇ ਚੜ੍ਹਾਈ ਕਰ ਗਿਆ, ਮੌਤ ਤੇ ਫਤਿਹ ਪਾ ਗਿਆ। ਕਿੰਨੀ ਪੋਜ਼ਿਟਿਵ ਬੋਲ ਨੇ। ਜੇ ਕਿਤੇ ਲੰਗਰ ਮੁੱਕ ਗਿਆ ਨਾ, ਰੋਟੀਆਂ ਖਤਮ ਹੋ ਗਈਆਂ ਨੇ, ਉਹ ਇਹ ਨਹੀਂ ਕਹਿੰਦੇ ਲੰਗਰ ਮੁੱਕ ਗਿਆ ਹੈ ਜਾਂ ਰੋਟੀਆਂ ਮੁੱਕ ਗਈਆਂ ਨੇ, ਕਿੰਨੀ ਨੈਗੇਟਿਵਿਟੀ ਹੈ। ਉਹ ਕਹਿੰਦੇ ਲੰਗਰ ਮਸਤ ਹੋ ਗਿਆ ਹੈ ਨਾ, ਚੜ੍ਹਦੀ ਕਲਾ। ਜੇ ਭੁੱਖਾ ਹੈ ਤੇ ਇਹ ਨਹੀਂ ਕਹਿ ਰਹੇ ਕਿ ਅਸੀਂ ਭੁੱਖਿਆਂ, ਸਿੰਘ ਕੜਾਕੇ ਵਿੱਚ ਹੈ। ਬੁਖਾਰ ਚੜਿਆ ਹੋਵੇ ਤੇ ਉਹ ਇਹ ਨਹੀਂ ਕਹਿੰਦੇ ਵੀ ਸਿੱਖ ਨੂੰ ਬੁਖਾਰ ਚੜ ਗਿਆ, ਉਹ ਕਹਿੰਦੇ ਧਰਮਰਾਜ ਦਾ ਪੁੱਤਰ ਸੇਵਾ ਕਰਦਾ ਹੈ ਨਾ, ਚੜ੍ਹਦੀ ਕਲਾ। ਤਾਂ ਉਹ ਝੂਰਦੇ ਨਹੀਂ, ਉਹਨਾਂ ਦੇ ਅੰਦਰ ਪੋਜ਼ਿਟਿਵ ਥਿੰਕਿੰਗ ਹੁੰਦੀ ਹੈ, ਸਕਾਰਾਤਮਕ ਸੋਚ ਹੁੰਦੀ ਹੈ। ਜਿਨ੍ਹਾਂ ਤੇ ਸਤਿਗੁਰੂ ਦਇਆ ਕਰਦਾ ਹੈ, ਜੋ ਸਤਿਗੁਰੂ ਦੀ ਰਹਿਮਤ ਦੇ ਪਾਤਰ ਨੇ, ਉਹਨਾਂ ਦੇ ਅੰਦਰ ਇਨਫੀਰੀਅਰਿਟੀ ਕੰਪਲੈਕਸ ਨਹੀਂ ਹੈ, ਉਹਨਾਂ ਦੇ ਅੰਦਰ ਨਿਰਾਸ਼ਾਵਾਦ ਨਹੀਂ ਹੈ, ਉਹ ਕਦੇ ਝੂਰਦੇ ਨਹੀਂ, ਉਹ ਹਮੇਸ਼ਾ ਖੁਸ਼ ਨੇ, ਚੜ੍ਹਦੀ ਕਲਾ ਵਿੱਚ। ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ। ਜਦੋਂ ਕਿਸੇ ਤੇ ਸਤਿਗੁਰੂ ਦਇਆਵਾਨ ਹੁੰਦਾ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ, ਤਾਂ ਦੁੱਖ ਨਾ ਜਾਣੀਏ ਦਾ ਮਤਲਬ ਉਹ ਦੁੱਖ ਨੂੰ ਦੁੱਖ ਕਰਕੇ ਨਹੀਂ ਜਾਣਦੇ, ਦੁੱਖ ਨੂੰ ਆਪਣੇ ਉੱਤੇ ਪ੍ਰਭਾਵਿਤ ਨਹੀਂ ਹੋਣ ਦਿੰਦੇ। ਇਹ ਨਹੀਂ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਦੁੱਖ ਆਉਂਦੇ ਨਹੀਂ, ਆਉਂਦੇ ਨੇ, ਪਰ ਉਹ ਦੁੱਖ ਨੂੰ ਪ੍ਰਭਾਵਿਤ ਨਹੀਂ ਹੋਣ ਦਿੰਦੇ ਆਪਣੇ ਉੱਤੇ। ਜੇ ਸਾਡੇ ਵਰਗਾ ਬੰਦਾ ਹੁੰਦਾ ਤੇ ਕਿਹਾ ਜਾਂਦਾ ਵੀ ਤੈਨੂੰ ਆਰੇ ਨਾਲ ਚੀਰਨਾ, ਦੂਜੇ ਪਾਸੇ ਬਾਦਸ਼ਾਹੀ, ਤੇ ਅਸੀਂ ਕੀ ਕਰਦੇ, ਸ਼ਾਇਦ ਬਾਦਸ਼ਾਹੀ ਲੈਂਦੇ, ਕਿਉਂਕਿ ਆਰੇ ਨਾਲ ਚਿਰਨਾ ਸੌਖਾ ਹੈ, ਕਿਤੇ ਔਖਾ, ਬੜਾ ਵੱਡਾ ਦੁੱਖ ਹੈ। ਪਰ ਭਾਈ ਮਤੀ ਦਾਸ ਜੀ ਨੇ ਉਸ ਦੁੱਖ ਨੂੰ ਦੁੱਖ ਨਹੀਂ ਜਾਣਿਆ, ਆਪਣੇ ਉੱਤੇ ਪ੍ਰਭਾਵਿਤ ਨਹੀਂ ਹੋਣ ਦਿੱਤਾ, ਤਾਂ ਹੀ ਉਹਨਾਂ ਦੀ ਵੈਲਿਊ ਹੈ ਨਾ। ਤਾਂ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ, ਜਿਨ੍ਹਾਂ ਤੇ ਗੁਰੂ ਦਇਆਵਾਨ ਹੈ, ਉਹ ਦੁੱਖ ਨੂੰ ਨਾ ਜਾਣਗੇ ਦਾ ਮਤਲਬ ਆਪਣੇ ਉੱਤੇ ਪ੍ਰਭਾਵਿਤ ਨਹੀਂ ਹੋਣ ਦਿੰਦੇ, ਉਹ ਦੁੱਖ ਨੂੰ ਕੁਛ ਨਹੀਂ ਸਮਝਦੇ। ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਏ। ਰੰਗ ਦਾ ਮਤਲਬ ਪਿਆਰ। ਜਦੋਂ ਗੁਰੂ ਦਇਆਵਾਨ ਹੁੰਦਾ ਹੈ ਨਾ, ਤਾਂ ਉਦੋਂ ਬੰਦਾ ਰੱਬ ਦੇ ਮਿਲਾਪ ਦਾ ਆਨੰਦ ਮਾਣਦਾ। ਗੁਰੂ ਦੀ ਦਇਆ ਦੇ ਪਾਤਰ ਜਿਹੜੇ ਬਣਦੇ ਨੇ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ, ਤਾਂ ਉਹ ਰੱਬ ਦੇ ਮਿਲਾਪ ਦਾ ਆਨੰਦ ਮਾਣਦੇ ਨੇ, ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਕੋਈ ਵਿਕਾਰ ਨਹੀਂ ਹੈ। ਮਨ, ਬਚਨ, ਕਰਮ ਕਰਕੇ ਸੱਚ ਦੇ ਧਾਰਨੀ ਨੇ। ਉਹਨਾਂ ਦੇ ਜੀਵਨ ਦੇ ਅੰਦਰ ਫਿਰ ਆਨੰਦ ਹੈ, ਸੋਚ ਦੇ ਅੰਦਰ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਨੇ। ਉਹਨਾਂ ਦੀ ਸੁਰਤ ਰੱਬੀ ਗੁਣਾਂ ਦੇ ਅੰਦਰ ਸਦਾ ਲਈ ਸਮਾ ਗਈ ਹੈ, ਰੱਬ ਦਾ ਰੂਪ ਹੋ ਗਏ ਨੇ। ਉਹ ਮਾਨ ਨਾਲ ਕਹਿ ਰਹੇ ਨੇ, ਤੂੰ ਹੀ ਮੋਹੀ ਮੋਹੀ ਤੂੰ ਹੀ ਅੰਤਰ ਕੈਸਾ, ਕਨਿਕ ਕਟਿਕ ਜਲ ਤਰੰਗ ਜੈਸਾ। ਉਹ ਰੱਬ ਦੇ ਪ੍ਰੇਮ ਦਾ ਆਨੰਦ ਮਾਣਦੇ ਨੇ, ਰੱਬ ਦੇ ਮਿਲਾਪ ਦਾ ਆਨੰਦ ਮਾਣਦੇ ਨੇ, ਭਾਵ ਉਹ ਰੱਬ ਦੇ ਵਿੱਚ ਮਿਲ ਜਾਂਦੇ ਨੇ। ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕਿਹਾ। ਜੇ ਗੁਰੂ ਦਇਆਵਾਨ ਹੋਵੇ ਤਾਂ ਦੁੱਖ ਕਲੇਸ਼ ਤਾਂ ਦੂਰ ਰਿਹਾ, ਉਹਨਾਂ ਨੂੰ ਜਮ ਦਾ ਵੀ ਡਰ ਨਹੀਂ ਹੁੰਦਾ। ਉਹ ਕਹਿੰਦੇ ਨੇ ਜਮ ਦਾ ਡਰ ਕਾਹਦਾ, ਹੁਣ ਲੋਕ ਧਰਮਰਾਜ ਤੋਂ ਡਰਦੇ ਨੇ, ਧਰਮਰਾਜ ਨੇ ਲੇਖਾ ਮੰਗਣਾ ਮਰਨ ਤੋਂ ਬਾਅਦ। ਤੇ ਜਦੋਂ ਗੁਰਬਾਣੀ ਪੜ੍ਹਦੇ ਆ ਤੇ ਸਿੱਖ ਕਹਿੰਦਾ ਵੀ ਧਰਮਰਾਜ ਮੇਰੀ ਲੱਤ ਭੰਨ ਲੇਗਾ, ਕੀ ਕਰ ਲੇਗਾ ਧਰਮਰਾਜ, ਧਰਮ ਰਾਏ ਅਬ ਕਹਾ ਕਰੇਗੋ, ਕੀ ਕਰ ਲੇਗਾ ਧਰਮ ਰਾਏ ਅਬ ਕਹਾ ਕਰੇਗੋ, ਜੋ ਫਾਟਿਓ ਸਗਰੋ ਲੇਖਾ, ਕੀ ਕਰੇਗਾ ਧਰਮਰਾਜ। ਉਹਨਾਂ ਦੇ ਅੰਦਰ ਯਮ ਦਾ, ਧਰਮਰਾਜ ਦਾ ਵੀ ਡਰ ਨਹੀਂ ਹੈ। ਉਹ ਮੌਤ ਤੋਂ ਵੀ ਨਹੀਂ ਡਰਦੇ, ਮੌਤ ਨੂੰ ਕਲੋਲਾਂ ਕਰਦੇ ਨੇ, ਕਿਉਂਕਿ ਉਹਨਾਂ ਨੇ ਜੀਵਨ ਹੀ ਮੌਤ ਵਿੱਚੋਂ ਪਾਇਆ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੂਕਾ ਤੋਂ ਆਓ ਹਮਾਰੇ ਪਾਸ। ਤਾਂ ਉਹਨਾਂ ਨੂੰ ਜਮ ਦਾ ਡਰ ਨਹੀਂ, ਆਤਮਿਕ ਮੌਤ ਦਾ ਡਰ ਨਹੀਂ, ਭਾਵ ਉਹ ਆਤਮਿਕ ਮੌਤ ਤੇ ਨਹੀਂ ਮਰਦੇ। ਆ ਜਿਹੜੇ ਜਮ ਨੇ ਨਾ, ਕਾਮ, ਕ੍ਰੋਧ, ਲੋਭ, ਮੋਹ, ਇਹ ਉਹਨਾਂ ਦੇ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ। ਉਹਨਾਂ ਨੂੰ ਆਤਮਿਕ ਮੌਤ ਨਹੀਂ ਹੁੰਦੀ, ਉਹਨਾਂ ਦੀ ਜ਼ਮੀਰ ਹਮੇਸ਼ਾ ਜਿੰਦਾ ਰਹਿੰਦੀ ਹੈ, ਉਹਨਾਂ ਦੇ ਅੰਦਰ ਇਨਸਾਨੀਅਤ ਜਿੰਦਾ ਰਹਿੰਦੀ ਹੈ, ਉਹਨਾਂ ਨੂੰ ਡਰ ਹੀ ਨਹੀਂ ਇਹਨਾਂ ਚੀਜ਼ਾਂ ਦਾ। ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ। ਇਸ ਤਰ੍ਹਾਂ ਗੁਰੂ ਦਇਆਵਾਨ ਜਿਨ੍ਹਾਂ ਤੇ ਹੁੰਦਾ ਹੈ, ਉਹਨਾਂ ਦੇ ਸਰੀਰ ਨੂੰ ਸਦਾ ਸੁਖ ਬਣਿਆ ਰਹਿੰਦਾ ਹੈ। ਉਹ ਸਦਾ ਸੁਖੀ ਨੇ, ਉਹ ਸਦਾ ਸ਼ਾਂਤ ਨੇ। ਜੇ ਸਰੀਰ ਨੂੰ ਕੋਈ ਰੋਗ ਆ ਵੀ ਗਿਆ ਤਾਂ ਵੀ ਉਹ ਸ਼ਾਂਤ ਨੇ। ਮਨ ਨਾ ਡਿਗੇ ਤਨ ਕਾਹੇ ਕੁਦਰ ਹੈ, ਕਿਉਂਕਿ ਮਨ ਨਹੀਂ ਡੋਲ ਰਿਹਾ ਤੇ ਤਨ ਨੂੰ ਕਾਹਦਾ। ਉਹ ਸਰੀਰਕ ਤੌਰ ਤੇ ਵੀ ਸੁਖੀ ਨੇ। ਔਰ ਹਕੀਕਤ ਹੈ, ਜਦੋਂ ਅਸੀਂ ਮਨੋਵਿਗਿਆਨ ਨੂੰ ਪੜ੍ਹਦੇ ਹਾਂ ਤਾਂ 95% ਜੋ ਬਿਮਾਰੀਆਂ ਨੇ ਉਹ ਸਾਡੇ ਮਾਨਸਿਕ ਮਾਨਸਿਕ ਤਣਾਵ ਕਰਕੇ ਨੇ। ਤੇ ਜੋ ਬੰਦੇ ਦੀ ਸੁਰਤ, ਜਿਸ ਦੀ ਸੋਚ ਰੱਬੀ ਗੁਣਾਂ ਦੇ ਨਾਲ ਜੁੜੀ ਹੈ, ਉਹਦੇ ਅੰਦਰ ਮਾਨਸਿਕ ਖਿਚਾਵ ਔਰ ਮਾਨਸਿਕ ਤਣਾਵ ਨਹੀਂ ਹੈ, ਉਹ ਬਿਲਕੁਲ ਰਿਲੈਕਸ ਹੈ।
ਤੇ ਉਹਦੇ ਅੰਦਰ ਫਿਰ ਇਹੋ ਜਿਹੇ ਜਿਹੜੇ ਮਾਨਸਿਕ ਰੋਗਾਂ ਕਰਕੇ, ਮਾਨਸਿਕ ਖਿਚਾਵ ਤਣਾਵ ਕਰਕੇ ਜੋ ਸਰੀਰਕ ਰੋਗਾਂ ਦੇ ਸਿੰਪਟਮ ਪੈਦਾ ਹੁੰਦੇ ਨੇ, ਉਹ ਨਹੀਂ ਹੁੰਦੇ, ਉਹ ਸਰੀਰਕ ਤੌਰ ਤੇ ਵੀ ਸੁਖੀ ਹੈ। ਸਤਿਗੁਰ ਹੋਏ ਦਇਆਲ ਤਾਂ ਨਵਨਿਧ ਪਾਈ ਹੈ। ਨਵਨਿਧ ਦਾ ਮਤਲਬ 9 ਖਜ਼ਾਨੇ, ਜਿਹੜੇ ਕੁਬੇਰ ਦੇ ਖਜ਼ਾਨੇ ਮੰਨੇ ਨੇ, ਹੀਰੇ ਵਗੈਰਾ। ਇਹ ਗੁਰੂ ਜੀ ਕਹਿੰਦੇ ਨੇ ਜੇ ਗੁਰੂ ਦਇਆਵਾਨ ਹੋ ਜਾਏ ਤੇ ਸਮਝੋ 9 ਖਜ਼ਾਨੇ ਮਿਲ ਗਏ। ਹੁਣ ਇਹਦਾ ਨਾ ਗਲਤ ਕਈ ਵਾਰ ਮੀਨਿੰਗ ਅਸੀਂ ਲੈ ਲੈਂਦੇ ਆ ਵੀ ਗੁਰੂ ਕਿਰਪਾ ਕਰੇਗਾ ਤੇ 9 ਖਜ਼ਾਨੇ ਆ ਜਾਣਗੇ, ਹੀਰੇ ਜਵਾਹਰਾਤ। ਇਹ ਨਹੀਂ ਹੈ। ਸਤਿਗੁਰ ਦੀ ਦਇਆ ਹੀ 9 ਖਜ਼ਾਨੇ ਨੇ, ਸਤਿਗੁਰ ਦਾ ਗਿਆਨ ਹੀ 9 ਖਜ਼ਾਨੇ ਨੇ। ਗੁਰੂ ਦੇ ਗੁਣ ਮਿਲ ਜਾਣੇ, ਗੁਰੂ ਦਾ ਗਿਆਨ ਮਿਲ ਜਾਣਾ ਆਪਣੇ ਆਪ ਦੇ ਅੰਦਰ ਹੀ ਇਹ ਨਵਨਿਧੀਆਂ ਨੇ, ਤਾਂ ਉਹ 9 ਨਿਧੀ ਰੂਪ ਸੁਖ ਪਾ ਲੈਂਦਾ ਹੈ। ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈ ਹੈ। ਇੱਥੇ ਸੱਚ ਦੇ ਚੱਚੇ ਨਾਲ ਸਿਹਾਰੀ ਹੈ, ਸੱਚ ਵਿੱਚ। ਜੇ ਗੁਰੂ ਦਇਆਵਾਨ ਹੋਵੇ ਤਾਂ ਬੰਦਾ ਸੱਚ ਦੇ ਅੰਦਰ ਸਮਾ ਜਾਂਦਾ ਹੈ, ਰੱਬ ਦੇ ਅੰਦਰ ਸਮਾ ਜਾਂਦਾ ਹੈ। ਬੰਦੇ ਦੀ ਸੁਰਤ ਸੱਚ ਦੇ ਅੰਦਰ ਸਮਾ ਜਾਂਦੀ ਹੈ, ਉਹ ਸੱਚ ਦੇ ਨਾਲੋਂ ਵੱਖਰਾ ਨਹੀਂ ਰਹਿ ਜਾਂਦਾ, ਉਹਦੇ ਅੰਦਰ ਫਿਰ ਝੂਠ ਆਦਿਕ ਦੀ ਕੋਈ ਲਹਿਰ ਪੈਦਾ ਹੀ ਨਹੀਂ ਹੁੰਦੀ। ਇਸ ਤਰ੍ਹਾਂ ਜੇ ਸਤਿਗੁਰੂ ਦਇਆਵਾਨ ਹੋਵੇ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ, ਉਹ ਰੱਬ ਦੇ ਅੰਦਰ ਹੀ ਸਮਾ ਜਾਂਦੇ ਨੇ, ਸੱਚ ਦੇ ਵਿੱਚ ਹੀ ਸਮਾ ਜਾਂਦੇ ਹਨ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਖਤਮ ਕਰਦੇ ਹਾਂ। 26ਵੀਂ ਔਰ 27ਵੀਂ 2 ਪੌੜੀਆਂ ਹੋਰ ਨੇ, ਹੋ ਸਕਦਾ ਅਸੀਂ ਕੱਲ ਨੂੰ ਸਮਾਪਤੀ ਕਰੀਏ, ਤੇ ਜੇ ਕੱਲ ਨੂੰ ਸਮਾਪਤੀ ਕੀਤੀ ਤਾਂ ਇਸ ਵਾਰ ਦੇ ਵਿੱਚੋਂ ਆਪ ਨੇ ਨਵਾਂ ਕੀ ਸਿੱਖਿਆ, ਇਹ ਵਿਚਾਰ ਆਪ ਦੇ ਨਾਲ ਸਾਂਝੀ ਕਰਾਂਗੇ। ਤੇ ਜੇ ਕੱਲ ਇਹ ਵਿਚਾਰ ਨਾ ਕੀਤੀ ਤੇ ਪਰਸੋਂ ਅਸੀਂ ਵਿਚਾਰ ਸਾਂਝੀ ਕਰਨ ਦਾ ਯਤਨ ਕਰਾਂਗੇ। ਇਸ ਲਈ ਆਪਣੀ ਥੋੜੀ ਜਿਹੀ ਤਿਆਰੀ ਕਰ ਲੈਣਾ ਕਿ ਆਪ ਜੀ ਨੇ ਇਸ ਵਾਰ ਦੀਆਂ ਪੌੜੀਆਂ ਸ਼ਲੋਕਾਂ ਦੇ ਵਿੱਚੋਂ ਕੀ ਨਵਾਂ ਸਿੱਖਿਆ, ਕੋਈ ਪਾਠ ਦਾ ਉਚਾਰਨ ਜਾਂ ਕੋਈ ਨਵਾਂ ਅਰਥ ਜਾਂ ਨਵੀਂ ਸੋਚ, ਔਰ ਕੀ ਸਾਡੇ ਵਿੱਚ ਚੇਂਜਿੰਗ ਆਈ, ਜੋ ਵੀ ਆਪਣੇ ਵਿਚਾਰ ਦੇਣਾ ਚਾਹੋ ਉਹ ਦੇ ਸਕਦੇ ਹੋ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਕਿਸੇ ਵੀਰ ਭੈਣ ਨੇ ਕੋਈ ਸਵਾਲ ਕਰਨਾ ਹੈ ਤਾਂ ਉਹ ਅਨਮਿਊਟ ਹੋ ਜਾਓ, ਵੀਰ ਤਰਲੋਚਨ ਸਿੰਘ ਜੀ ਅਗਲੀ ਕਾਰਵਾਈ ਕਰਨਗੇ। ਤੇ ਜਿਹੜੇ ਮੇਰੇ ਵੀਰ ਭੈਣਾਂ ਫੇਸਬੁੱਕ ਤੇ ਸਰਵਣ ਕਰ ਰਹੇ ਹਨ, ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।